ਸਤਿ ਸ਼੍ਰੀ ਅਕਾਲ ਸਾਰਿਆਂ ਦਾ ਤੇ ਸਵਾਗਤ ਹੈ KPS ਦੇ ਫ੍ਰੀ ਫਾਊਂਡੇਸ਼ਨਲ ਕੋਰਸ ਵਿੱਚ। ਇਹਦੇ ਅੰਦਰ ਆਪਾਂ ਸਾਰਾ ਦਾ ਸਾਰਾ ਸਿਲੇਬਸ 100% ਫ੍ਰੀ ਆਫ ਕਾਸਟ ਇਹੀ ਕਲਾਸਿਸ ਵਿੱਚ ਕਵਰ ਕਰਾਂਗੇ। ਅੱਜ ਆਪਣਾ ਪ੍ਰੈਪਰੇਸ਼ਨ ਦਾ ਤੀਜਾ ਦਿਨ ਹੈ। NCERT ਪੋਲਿਟੀ ਕਰ ਰਹੇ ਹਾਂ ਆਪਾਂ, ਰਾਜਨੀਤੀ ਦਾ ਅੱਜ ਲੈਕਚਰ ਦੂਜਾ। ਠੀਕ ਹੈ। ਹੁਣ ਜਦੋਂ ਆਪਾਂ ਕੱਲ ਗੱਲ ਕੀਤੀ ਸੀ, ਆਪਾਂ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਕਿ ਕਿੱਦਾਂ ਸਰਕਾਰਾਂ ਅੱਡ-ਅੱਡ ਦੁਨੀਆ ਵਿੱਚ ਕਿੱਦਾਂ ਬਣੀਆਂ, ਹੌਲੀ-ਹੌਲੀ ਲੋਕਤੰਤਰ ਕਿੱਦਾਂ ਆਇਆ, ਆਪਾਂ ਇਸ ਸਾਰੀ ਚੀਜ਼ ਬਾਰੇ ਗੱਲ ਕੀਤੀ ਹੈ। ਹੁਣ ਅੱਜ ਦੇ ਲੈਕਚਰ 'ਚ ਆਪਾਂ ਇਹੀ ਗੱਲ ਅੱਗੇ ਵਧਾਉਂਦੇ ਹੋਏ ਹੁਣ ਲੋਕਤੰਤਰ ਕਿਸ-ਕਿਸ ਤਰੀਕੇ ਦਾ ਹੁੰਦਾ, ਉਹਨਾਂ ਦੇ ਅੰਦਰ ਕੀ-ਕੀ ਫੀਚਰ ਹੁੰਦੇ ਤੇ ਕਿਹੜਾ ਦੇਸ਼ ਆਪਣੇ ਆਪ ਨੂੰ ਲੋਕਤੰਤਰ ਕਹਿ ਸਕਦਾ, ਇਹ ਸਾਰੀ ਆਪਾਂ ਅੱਜ ਦੇ ਲੈਕਚਰ ਡਿਸਕਸ਼ਨ ਕਰਾਂਗੇ। ਠੀਕ ਹੈ, ਤਾਂ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਬਿਨਾਂ ਹੋਰ ਟਾਈਮ ਗਵਾਏ, ਜਿਹੜਾ ਲੋਕਤੰਤਰ ਹੈ ਉਹ ਆਪਣੇ ਆਪ 'ਚ ਦੋ ਤਰੀਕੇ ਦਾ ਹੋਇਆ। ਇੱਕ ਹੋਇਆ ਤੁਹਾਡਾ ਜਿਹੜਾ ਡਾਇਰੈਕਟ ਹੈ, ਤੇ ਦੂਜਾ ਤੁਹਾਡਾ ਡਾਇਰੈਕਟ ਲੋਕਤੰਤਰ। ਇੱਥੇ ਵੀ ਲਿਖ ਦਿੰਦੇ ਹਾਂ, ਕੋਈ ਨਹੀਂ, ਇਹ ਹੁਣੇ ਮੈਂ ਤੁਹਾਨੂੰ ਸਮਝਾਉਣਾ। ਦੂਜਾ ਹੈਗਾ ਤੁਹਾਡਾ ਇਨਡਾਇਰੈਕਟ। ਡਾਇਰੈਕਟ ਲੋਕਤੰਤਰ ਤੇ ਇਨਡਾਇਰੈਕਟ ਲੋਕਤੰਤਰ ਇਹ ਹੁੰਦੇ ਕੀ ਹੈ? ਦੇਖੋ, ਇਹਦਾ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਮੈਂ ਦੇਸ਼ ਦੇ ਐਗਜ਼ਾਮਪਲ ਦੇ ਤੌਰ ਤੇ ਦੱਸਦਾ। ਡਾਇਰੈਕਟ ਲੋਕਤੰਤਰ ਦੇ ਐਗਜ਼ਾਮਪਲ ਵਿੱਚ ਸਭ ਤੋਂ ਵੱਡਾ ਜਿਹੜਾ ਐਗਜ਼ਾਮਪਲ ਹੈ ਨਾ, ਉਹ ਹੈਗਾ ਜਿਹੜਾ ਆਪਣਾ ਸਵਿਟਜ਼ਰਲੈਂਡ ਦਾ ਦੇਸ਼ ਹੈਗਾ, ਯੂਰਪ ਦਾ ਦੇਸ਼ ਹੈ। ਇੱਥੇ ਜਿਹੜਾ ਲੋਕਤੰਤਰ ਉਹ ਡਾਇਰੈਕਟ ਹੈ। ਦੂਜੇ ਪਾਸੇ ਜਿਵੇਂ ਆਪਣਾ ਅਮਰੀਕਾ ਹੈ, ਆਪਣਾ ਖੁਦ ਦਾ ਦੇਸ਼ ਭਾਰਤ ਹੈ, ਤੇ ਆਪਣਾ UK, ਇਹ ਤਿੰਨੋਂ ਦੇ ਤਿੰਨੋਂ ਇਨਡਾਇਰੈਕਟ ਲੋਕਤੰਤਰ ਹੈ। ਹੁਣ ਇਹਨਾਂ 'ਚ ਫਰਕ ਕੀ ਹੁੰਦਾ ਹੈ? ਦੇਖੋ, ਡਾਇਰੈਕਟ ਵਿੱਚ ਜਿਹੜੇ ਲੋਕੀ ਹੈ, ਲੋਕ ਖੁਦ ਰਾਜਨੀਤੀ ਵਿੱਚ ਰੋਜ਼ਮर्रा ਦੀ ਜ਼ਿੰਦਗੀ ਵਿੱਚ ਦਖਲ ਦੇ ਸਕਦੇ ਆ। ਇਹਦਾ ਕੀ ਮਤਲਬ ਹੈ ਕਿ ਉੱਥੋਂ ਦੇ ਲੋਕਤੰਤਰ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਸਿਰਫ ਆਪਣੇ ਪ੍ਰਤੀਨਿਧੀਆਂ ਨੂੰ, ਆਪਣੇ MP MLA ਸਾਰਿਆਂ ਨੂੰ ਚੁਣਦੇ ਨਹੀਂ ਹੈ, ਬਲਕਿ ਮਤਲਬ ਇਹ ਵੀ ਚੁਣਦੇ ਵੀ ਹੈ। ਇਹਦੇ ਇਲਾਵਾ ਉਹ ਰੋਜ਼ ਜੋ ਵੀ ਸਰਕਾਰ ਚੱਲ ਰਿਹਾ, ਕਿੱਦਾਂ ਦੇ ਕਾਨੂੰਨ ਬਣਨੇ ਚਾਹੀਦੇ ਆ, ਕੋਈ ਕਾਨੂੰਨ ਸਹੀ ਬਣੇ ਜਾਂ ਗਲਤ ਬਣੇ ਆ, ਉਹ ਹਰ ਚੀਜ਼ ਵੀ ਦਖਲ ਦੇ ਸਕਦੇ ਆ। ਤੇ ਸਰਕਾਰ ਨੂੰ ਉਹਨਾਂ ਦੀ ਗੱਲ ਸੁਣਨੀ ਪੈਂਦੀ ਹੈ ਤੇ ਉੱਦਾਂ ਹੀ ਕਰਨਾ ਵੀ ਪੈਂਦਾ। ਤਾਂ ਯਾਨੀ ਕਿ ਕਿਸੇ ਇਨਸਾਨ ਨੂੰ ਕੋਈ ਵੀ ਚੀਜ਼ ਉੱਥੇ ਕਾਨੂੰਨ ਪਸੰਦ ਨਹੀਂ ਆਈ, ਆਪਣੇ ਤੇ ਜਿਵੇਂ ਇੱਥੇ ਵੱਡੇ ਵੱਡੇ ਪ੍ਰੋਟੈਸਟ ਕਰਨੇ ਪੈਂਦੇ ਆ, ਫਿਰ ਵੀ ਚਾਹੇ ਸਰਕਾਰ ਸੁਣੇ ਨਾ ਸੁਣੇ, ਸਰਕਾਰ ਦੀ ਆਪਣੀ ਮਰਜ਼ੀ ਹੁੰਦੀ ਹੈ। ਉੱਥੇ ਇਦਾਂ ਨਹੀਂ ਹੈ। ਉੱਥੇ ਜੇ ਲੋਕਾਂ ਨੇ ਲਿਖਤੀ ਦੇਤਾ, ਠੀਕ ਹੈ, ਤਾਂ ਸਰਕਾਰ ਨੂੰ ਸੁਣਨੀ ਪੈਂਦੀ ਹੈ ਕਿ ਲੋਕ ਕੀ ਕਹਿ ਰਹੇ ਆ ਤੇ ਉਸੇ ਅਕੋਰਡਿੰਗ ਕਰਨਾ ਪੈਂਦਾ। ਜੇ ਜ਼ਿਆਦਾਤਰ ਦੇਸ਼ ਦੇ ਲੋਕਾਂ ਨੇ ਕਹਿਤਾ ਕਿ ਇਦਾਂ ਕਰੋ, ਠੀਕ ਹੈ, ਤਾਂ ਫਿਰ ਉਹਨਾਂ ਨੂੰ ਉਦਾਂ ਕਰਨਾ ਵੀ ਪੈ ਜਾਊਗਾ। ਜੇ ਜ਼ਿਆਦਾਤਰ ਮੈਜੋਰਿਟੀ ਲੋਕਾਂ ਨੇ ਕਹਿਤਾ ਤਾਂ ਉਸ ਤਰੀਕੇ ਨਾਲ ਵੀ ਹੋਊਗਾ। ਠੀਕ ਹੈ, ਉੱਥੇ ਇਸ ਤਰੀਕੇ ਨਾਲ ਉਹ ਆਪਣੀ ਪੋਲਿਟੀ ਤੇ ਕੰਟਰੋਲ ਰੱਖਦੇ ਆ। ਇਹ ਸਮਝਣ ਤੋਂ ਪਹਿਲਾਂ ਆਪਾਂ ਆਪਣਾ ਵਾਲਾ ਸਿਸਟਮ ਦੇਖਦੇ ਹਾਂ, ਇਹ ਤਾਂ ਆਪਾਂ ਨੂੰ ਸਮਝ ਆ ਜਾਊਗਾ ਡਾਇਰੈਕਟ ਕਿੱਦਾਂ। ਦੇਖੋ, ਆਪਣੇ ਵਾਲੇ ਸਿਸਟਮ 'ਚ ਆਪਾਂ ਨਾਗਰਿਕ ਜਿਹੜੇ ਆਪਣੇ ਦੇਸ਼ ਦੇ ਆ, ਆਪਾਂ ਸਾਰੇ ਆ, ਆਪਾਂ ਵੋਟ ਪਾਉਂਦੇ ਆ ਤੇ ਆਪਾਂ ਆਪਣੇ ਪ੍ਰਤੀਨਿਧੀਆਂ ਨੂੰ ਚੁਣਦੇ ਆ। ਪ੍ਰਤੀਨਿਧੀ ਆਪਾਂ ਦੋ ਲੈਵਲ ਤੇ ਚੁਣਦੇ ਆ। ਜਿਹੜੇ ਸੈਂਟਰ ਵਿੱਚ ਆਪਾਂ ਲੋਕ ਸਭਾ 2019 ਵਿੱਚ ਇਲੈਕਸ਼ਨ ਹੋਏ ਸੀ, ਉਹ 'ਚ ਆਪਾਂ ਚੁਣੇ ਆਪਣੇ ਇੱਥੋਂ ਦੇ MP। ਉਹਦੇ ਇਲਾਵਾ ਹੁਣੇ ਆਪਣੇ 2022 'ਚ ਹੀ ਪੰਜਾਬ ਦੇ ਇਲੈਕਸ਼ਨ ਹੋ ਕੇ ਹਟੇ ਆ, ਤੇ ਉਹਦੇ ਅੰਦਰ ਆਪਾਂ ਚੁਣੇ ਆਪਣੇ ਸਟੇਟ ਦੇ MLA। ਠੀਕ ਹੈ, ਅੱਡ-ਅੱਡ ਸਟੇਟਸ ਦੇ ਇਲੈਕਸ਼ਨ ਹੁੰਦੇ ਰਹਿੰਦੇ। ਇੱਕ ਲਾਈਨ 'ਚ ਲਿਖਦਾ ਥੋੜਾ ਜਿਹਾ ਮੁੱਢਾ ਕਰਕੇ। MLA, ਠੀਕ ਹੈ। MP ਦਾ ਮਤਲਬ ਹੁੰਦਾ ਮੈਂਬਰ ਆਫ ਪਾਰਲੀਮੈਂਟ, ਕਿਉਂਕਿ ਸੈਂਟਰ ਜਿਹੜੀ ਸੰਸਦ ਆ ਉਹਨੂੰ ਅੰਗਰੇਜ਼ੀ ਵਿੱਚ ਪਾਰਲੀਮੈਂਟ ਕਹਿੰਦੇ ਆ। ਤਾਂ ਜਿਹੜੇ ਵੀ ਆਪਾਂ MP ਚੁਣਦੇ ਆ ਉਸ ਪਾਰਲੀਮੈਂਟ ਦੇ, ਕਿਉਂਕਿ ਲੋਕ ਸਭਾ
ਪਾਰਲੀਮੈਂਟ ਦਾ ਹਿੱਸਾ ਹੈ, ਆਪਾਂ ਅਗਲੇ ਲੈਕਚਰ 'ਚ ਪੜਾਂਗੇ। ਤਾਂ ਉਹਦਾ ਹਿੱਸਾ ਬਣਦੇ ਆ ਤਾਂ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਕਹਿੰਦੇ ਆ। ਹਰ ਸਟੇਟ ਦੇ ਅੰਦਰ ਵਿਧਾਨ ਸਭਾ ਯਾਨੀ ਕਿ ਆਪਣੀ ਸਟੇਟ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ। ਜਦੋਂ ਉਹਦੇ ਮੈਂਬਰ ਬਣਦੇ ਉਹ ਹੁੰਦੇ ਆ ਆਪਣੇ ਐਮਐਲਏ, ਤਾਂ ਹੀ ਆਪਣੇ ਇੰਗਲਿਸ਼ ਵਿੱਚ ਜਿਨ੍ਹਾਂ ਨੂੰ ਐਮਪੀ ਤੇ ਆਪਾਂ ਐਮਐਲਏ ਕਹਿੰਦੇ ਨੇ। ਠੀਕ ਹੈ, ਹੁਣ ਜਿਹੜੇ ਆਪਣੇ ਪ੍ਰਤੀਨਿਧੀ ਚੁਣੇ, ਆਪਾਂ ਸਿਰਫ ਇਹਨਾਂ ਨੂੰ ਵੋਟ ਪਾਈ, ਇਸ ਤੋਂ ਬਾਅਦ ਇਹ ਰੋਜ਼ ਦੀ ਆਪਣਾ ਜਿਹੜਾ ਰੋਜ਼ਮर्रा ਚ ਪੋਲਿਟੀ ਦਾ ਕੁਝ ਵੀ ਆ ਰਿਹਾ, ਰਾਜਨੀਤੀ 'ਚ ਕੁਝ ਵੀ ਆ ਰਿਹਾ, ਕੋਈ ਵੀ ਕਾਨੂੰਨ ਬਣਾਉਣਾ, ਕੁਝ ਵੀ ਕਰਨਾ, ਇਹੀ ਲੋਕ ਫੈਸਲਾ ਲੈ ਰਹੇ ਆ। ਯਾਨੀ ਕਿ ਆਪਣਾ ਜਿਹੜਾ ਲੋਕਤੰਤਰ ਹੈ ਉਹ ਇੱਥੇ ਤੱਕ ਸੀਮਿਤ ਹੈ ਕਿ ਆਪਾਂ ਆਪਣੇ ਬਿਹਾਫ ਤੇ ਕਿਸੇ ਨੂੰ ਚੁਣ ਦਿੰਦੇ ਆ, ਆਪਣੇ ਕਹਿਣ ਤੇ ਆਪਾਂ ਕਿਸੇ ਇੱਕ ਬੰਦੇ ਨੂੰ ਆਪਾਂ ਆਪਣੇ ਹਲਕੇ ਵਿੱਚੋਂ ਚੁਣ ਦਿੰਦੇ ਆ। ਉਸ ਤੋਂ ਬਾਅਦ ਉਹ ਬੰਦੇ ਦੀ ਮਰਜ਼ੀ ਹੈ ਕਿਹੜੇ ਕਾਨੂੰਨ ਤੇ ਕਿੱਦਾਂ ਵੋਟ ਪਾਣੀ ਹੈ, ਕਿਹੜਾ ਕਾਨੂੰਨ ਬਣਾਉਣਾ ਹੈ, ਸਭ ਕੁਝ ਉਹ ਕਰ ਰਿਹਾ। ਆਪਣੇ ਕੋਲੇ ਪਾਵਰ ਆਊਗੀ 5 ਸਾਲ ਬਾਅਦ। 5 ਸਾਲ ਬਾਅਦ ਉਹ ਬੰਦੇ ਨੇ ਕੰਮ ਚਾਹੀਦਾ ਕੀਤਾ ਜਾਂ ਨਹੀਂ ਕੀਤਾ, ਆਪਾਂ ਨੂੰ ਉਸੇ ਅਕੋਰਡਿੰਗ ਦੁਆਰਾ ਵੋਟ ਪਾਵਾਂਗੇ। ਹੁਣ ਗੱਲ ਇਹ ਹੈ ਕਿ ਪਰ 5 ਸਾਲ ਲਈ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਨਾ। ਸਵਿਟਜ਼ਰਲੈਂਡ ਵਿੱਚ ਇਦਾਂ ਨਹੀਂ ਹੈ। ਉੱਥੇ ਲੋਕੀ ਸਭ ਤੋਂ ਪਹਿਲਾਂ ਚੋਣਾਂ ਵਿੱਚ ਤਾਂ ਭਾਗ ਲੈਂਦੇ ਹੀ ਲੈਂਦੇ ਆ, ਉਸ ਤੋਂ ਬਾਅਦ ਯਾਨੀ ਕਿ ਚੋਣਾਂ ਵਿੱਚ ਵੀ ਪਾਰਟ ਲੈਂਦੇ ਆ, ਆਪਣੇ ਲੋਕਾਂ ਨੂੰ ਵੀ ਅੱਗੇ ਆਪਣੇ ਉਹੀ ਪ੍ਰਤੀਨਿਧੀ ਚੁਣਦੇ ਆ। ਉਸ ਤੋਂ ਬਾਅਦ ਉਹਨਾਂ ਕੋਲ ਇੱਕ ਹੱਕ ਵੀ ਹੈ, ਆਹ ਜਿੰਨੇ ਚੁਣੇ ਗਏ ਲੋਕ ਆ ਉਹਨਾਂ ਲਈ, ਕਿ ਉਹ ਵਾਪਸ ਬੁਲਾਉਣ ਦਾ ਅਧਿਕਾਰ ਵੀ ਰੱਖਦੇ ਆ। ਹੁਣ ਇਹਦਾ ਕੀ ਮਤਲਬ ਹੈ? ਠੀਕ ਹੈ, ਇਹ ਮੈਂ ਤੁਹਾਨੂੰ ਇਕੱਠੇ ਇਹ ਦੋਨੋਂ ਚੀਜ਼ਾਂ ਇਕੱਠੇ ਸਮਝਾਉਣਾ। ਇਹ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਆਪਣਾ ਭਾਰਤ ਦੇ ਅੰਦਰ ਸਿਸਟਮ ਹੁੰਦਾ ਤੇ ਬਾਕੀ ਜਗ੍ਹਾ ਤੇ ਵੀ, ਉਸ ਚੀਜ਼ ਨੂੰ ਥੋੜੀ ਜਿਹੀ ਹੋਰ ਡਿਟੇਲ ਵਿੱਚ ਸਮਝਾ ਲਾਂ ਕਿ ਆਪਣਾ ਸਿਸਟਮ ਕੰਮ ਕਿੱਦਾਂ ਕਰਦਾ ਹੈ। ਦੇਖੋ, ਇਹ ਮੰਨ ਲਓ ਕੋਈ ਵੀ ਆਪਣੀ ਸਟੇਟ ਮੰਨ ਲਓ, ਪੰਜਾਬ ਮੰਨ ਲਓ। ਹੁਣ ਪੰਜਾਬ ਦੇ ਅੰਦਰ ਕੁਝ ਵੀ ਸਪੋਜ਼ ਕਰ ਲਓ, ਜਿਵੇਂ 117 ਸੀਟਾਂ ਦੇ ਲੋਕਾਂ ਨੂੰ ਇਲੈਕਸ਼ਨ ਲੜਨੇ ਆ। ਠੀਕ ਹੈ, ਸਟੇਟ ਲੈਜਿਸਲੇਟਿਵ ਅਸੈਂਬਲੀ 117 ਲੋਕਾਂ ਦੀ ਬਣਨੀ ਹੈ। ਚਲੋ ਆਪਾਂ ਰਾਉਂਡ ਫਿਗਰ ਕਰ ਲੈਂਦੇ ਆ ਆਪਣੀ ਐਕਸਪਲੇਨੇਸ਼ਨ ਲਈ ਕਿ ਚਲੋ 120 ਲੋਕ ਚੁਣੇ ਜਾਣੇ ਆ। ਹੁਣ ਚੋਣ ਹੁੰਦੇ ਕਿੱਦਾਂ, ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝੋ। ਦੇਖੋ, ਹੁਣ ਜਿਹੜਾ ਪੂਰਾ ਪੰਜਾਬ ਹੈ, ਪੰਜਾਬ ਦੇ ਅੰਦਰ ਸਾਰੀ ਜਗ੍ਹਾ ਬਰਾਬਰ ਤਾਂ ਆਬਾਦੀ ਰਹਿੰਦੀ ਨਹੀਂ ਹੈ। ਕਿਸੇ ਜਗ੍ਹਾ ਜਿੱਥੇ ਸ਼ਹਿਰ ਬਣੇ ਹੋਏ ਆ, ਲੋਕ ਬਹੁਤ ਕੋਲੇ ਰਹਿ ਰਹੇ ਆ। ਜਿੱਥੇ ਆਪਣੇ ਪਿੰਡ ਹੈ, ਉੱਥੇ ਕਈ ਜਿਹੜੇ ਖੁੱਲੇ ਇਲਾਕੇ, ਲੋਕ ਦੂਰ ਵੀ ਰਹਿ ਰਹੇ ਹੋਣੇ ਆ। ਤਾਂ ਹੁਣ ਦੇਖੋ, ਆਪਣੇ ਚੋਣ ਕਰਵਾਉਣ ਦੇ ਆਪਣੇ ਕੋਲੇ 2 ਤਰੀਕੇ ਸੀਗੇ। ਜਾਂ ਤਾਂ ਮੈਂ ਸਾਰੀ ਸਟੇਟ ਨੂੰ 120 ਬਰਾਬਰ ਹਿੱਸਿਆਂ ਵਿੱਚ ਵੰਡ ਦਿੰਦਾ ਤੇ ਮੈਂ ਕਹਿੰਦਾ ਕਿ ਬਸ ਜਿਹੜੀ ਆਬਾਦੀ ਜਿੰਨੀ ਮਰਜ਼ੀ ਹੋਵੇ ਉਸ ਇਲਾਕੇ 'ਚ ਉਨੀ ਵੰਡੀ ਗਈ। ਪਰ ਇਹ ਨਾਲ ਤਕਲੀਫ ਕੀ ਆਣੀ ਸੀ ਕਿ ਦੇਖੋ, ਜਿਹੜੇ ਇਲਾਕੇ ਵਿੱਚ ਪਹਿਲਾਂ ਹੀ ਸ਼ਹਿਰ ਬਣੇ ਹੋਏ ਆ, ਉੱਥੇ ਸ਼ਾਇਦ ਇੱਕ ਛੋਟੇ ਜਿਹੇ ਇਲਾਕੇ ਵਿੱਚ, ਇੰਨੇ ਕੋਈ ਇਲਾਕੇ ਵਿੱਚ ਹੀ ਸ਼ਾਇਦ 10 ਲੱਖ ਬੰਦਾ ਰਹਿ ਰਿਹਾ ਹੋਵੇ। ਠੀਕ ਹੈ, ਆਪਣਾ ਇੰਨੇ ਕੋਈ ਇਲਾਕੇ ਵਿੱਚ ਹੀ 10 ਲੱਖ ਬੰਦਾ ਰਹਿ ਰਿਹਾ ਹੋਵੇ, ਤੇ ਇੱਥੇ ਸ਼ਾਇਦ ਏਡਾ ਵੱਡਾ ਇਲਾਕਾ ਹੋਵੇ, ਲੋਕੀ ਬਹੁਤ ਦੂਰ, ਪਿੰਡ ਹੀ ਪਿੰਡ ਹੈ ਤੇ ਛੋਟੇ ਪਿੰਡ ਹੈ, ਬਹੁਤ ਦੂਰ ਇਲਾਕਾ। ਇੰਨੇ ਕਰਕੇ ਇਸ ਪੂਰੇ ਇਲਾਕੇ 10 ਲੱਖ ਲੋਕ ਰਹਿ ਰਹੇ। ਹੁਣ ਗੱਲ ਕੀ ਹੋਊਗਾ ਜੇ ਇਹ ਲੋਕਾਂ ਨੇ, ਮਤਲਬ ਇੱਥੇ ਹੋਰ ਵੀ ਆਬਾਦੀ ਰਹਿੰਦੀ ਆ, ਸ਼ਹਿਰ ਵੀ ਬਣਿਆ ਹੋਇਆ, ਤਾਂ ਕਰਾ ਕੇ ਜਿਹੜਾ ਪੂਰਾ ਇਲਾਕਾ ਹੈ, ਇਹਦੀ ਆਪਾਂ ਮੰਨ ਲੈਂਦੇ ਕਿ ਇਸ ਇਕੱਲੇ ਇਲਾਕੇ ਦੀ ਆਬਾਦੀ 25 ਲੱਖ ਹੋ ਗਈ ਹੈ। 25 ਲੱਖ ਹੋ ਗਈ ਆ। ਠੀਕ ਹੈ, ਹੁਣ ਇਹਦੇ ਇੱਥੋਂ ਜਿਹੜਾ ਇੱਕ ਬੰਦਾ ਚੁਣਿਆ ਗਿਆ ਤੇ ਇਸ ਇਲਾਕੇ 'ਚੋਂ ਇੱਕ ਬੰਦਾ ਚੁਣਿਆ ਗਿਆ, ਹੁਣ ਇਹ ਬਰਾਬਰੀ ਇਸ ਗੱਲ ਤੇ ਨਹੀਂ ਰਹੀ, ਕਿਉਂਕਿ ਮਤਲਬ ਜੇ ਮੈਂ ਛੋਟਾ ਬਲੌਕ ਕੰਸੀਡਰ ਕਰਾਂ, ਚਲੋ ਇੱਕ ਮਿੰਟ ਮੈਂ ਤੁਹਾਨੂੰ ਇਹ ਕਨਸੈਪਟ ਫਿਰ ਦੱਸ ਦਿੰਦਾ। ਸੌਰੀ, ਥੋੜੇ ਆਸਾਨ ਤਰੀਕੇ ਨਾਲ ਦੱਸਦਾ, ਕਨਫਿਊਜ਼ ਨਾ ਹੋ ਜਾਓ। ਮੈਂ ਥੋੜਾ ਕੰਪਲਿਕੇਟ ਖੁਦ ਕਰ ਲਿਆ ਤਾਂ ਮੈਂ ਥੋੜਾ ਆਸਾਨ ਕਰਕੇ ਦੱਸਦਾ, ਦੁਬਾਰਾ ਤੋਂ ਦੱਸਦਾ। ਹੁਣ ਇਸ ਚੀਜ਼ ਨੂੰ ਸਮਝੋ ਕਿ ਜਿਵੇਂ ਆਪਣਾ ਪੂਰਾ ਪੰਜਾਬ ਹੈ, ਜੇ ਮੈਂ ਪੂਰੇ ਪੰਜਾਬ ਨੂੰ 120 ਬਰਾਬਰ ਹਿੱਸਿਆਂ ਵਿੱਚ ਵੰਡ ਦਿੰਦਾ। ਠੀਕ ਹੈ, ਹੁਣ ਦੇਖੋ ਜਿਹੜੇ ਵੀ ਆਹ ਬਲਾਕ ਬਣਦੇ, ਕਿਸੇ ਬਲਾਕ ਵਿੱਚ ਆਬਾਦੀ ਥੋੜੀ ਜ਼ਿਆਦਾ ਹੁੰਦੀ। ਆਪਾਂ ਮੰਨ ਲੈਂਦੇ ਹਾਂ ਜਿਹੜਾ ਆਹ ਵਾਲਾ ਬਲਾਕ ਸੀ, ਇੱਥੇ ਥੋੜੇ ਜਿਹੇ ਸ਼ਹਿਰ ਬਣੇ ਹੋਏ ਸੀ, ਇੱਥੇ ਕਰਾ ਕੇ ਆਬਾਦੀ 25 ਲੱਖ ਦੇ ਕਰੀਬ ਹੋ ਗਈ ਆ। ਠੀਕ ਹੈ, ਆਹ ਅਗਲਾ ਬਲਾਕ ਮੰਨ ਲਓ ਇਹ ਬਰਾਬਰ ਸਾਈਜ਼ ਦੇ, ਡਰਾਇੰਗ ਇੱਧਰ ਹੋਈ ਹੈ। ਆ ਜਿਹੜਾ ਅਗਲਾ ਬਲਾਕ ਹੈ, ਇੱਥੇ ਲੋਕੀ ਬਹੁਤ ਦੂਰ ਛੋਟੇ ਪਿੰਡ ਬਣੇ ਹੋਏ ਆ। ਇੱਥੇ ਟੋਟਲ ਕਰਕੇ ਹੀ 5 ਲੱਖ ਲੋਕ ਰਹਿੰਦੇ ਏਡੇ ਵੱਡੇ ਇਲਾਕੇ 'ਚ। ਠੀਕ ਹੈ, ਬਾਕੀ ਖੁੱਲੀਆਂ ਜ਼ਮੀਨਾਂ, ਬਸ 5 ਲੱਖ ਲੋਕ ਰਹਿੰਦੇ।
ਹੁਣ ਜੇ ਤੁਸੀਂ ਆਪਣੇ ਹਲਕੇ ਦੇ ਐਮਐਲਏ ਨੂੰ ਮਿਲਣਾ, ਆਪਾਂ ਮੰਨ ਲੈਂਦੇ ਆ ਕਿ ਆ ਐਮਐਲਏ ਦੀਆਂ ਸੀਟਾਂ ਸੀ, ਹੁਣ ਜੇ ਤੁਸੀਂ ਆਪਣੇ ਹਲਕੇ ਦੇ ਐਮਐਲਏ ਨੂੰ ਮਿਲਣ ਜਾਣਾ, ਕਿਹਨਾਂ ਨੂੰ ਇਹਨਾਂ ਵਿੱਚੋਂ ਮਿਲਣਾ ਆਸਾਨ ਹੈ? ਕਿ ਇਹਨਾਂ ਨੂੰ ਮਿਲਣਾ ਆਸਾਨ ਹੈ, ਇਹਨਾਂ ਨੂੰ ਆਪਾਂ ਐਕਸ ਲੈ ਲੈਣੇ, ਇਹਨਾਂ ਨੂੰ ਆਪਾਂ ਵਾਈ ਲੈ ਲੈਣੇ ਆ, ਕਿ ਐਕਸ ਵਾਲੇ ਨੂੰ ਮਿਲਣਾ ਆਸਾਨ ਹੈ ਜਾਂ ਵਾਈ ਵਾਲੇ ਨੂੰ ਮਿਲਣਾ ਆਸਾਨ ਹੈ? ਆਬਵੀਅਸਲੀ ਵਾਈ ਵਾਲੇ ਨੂੰ ਮਿਲਣਾ ਆਸਾਨ ਹੋਊਗਾ। ਕਿਉਂ? ਇਹ 5 ਲੱਖ ਲਈ ਇੱਕ ਐਮਐਲਏ ਆ, ਇੱਥੇ 25 ਲੱਖ ਬੰਦਿਆਂ ਲਈ ਇੱਕ ਐਮਐਲਏ ਆ, ਤਾਂ ਆਬਾਦੀ ਜ਼ਿਆਦਾ ਹੈ, ਇਸ ਕਾਰਨ ਇੱਕ ਐਮਐਲਏ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਟਾਈਮ ਬਹੁਤ ਘੱਟ ਦੇ ਪਾਵੇ, ਸ਼ਾਇਦ ਮਿਲ ਹੀ ਨਾ ਪਾਵੇ ਇੰਨੇ ਲੋਕਾਂ 'ਚ, ਪਰ ਇੱਥੇ ਸ਼ਾਇਦ ਥੋੜਾ ਮਿਲਣਾ ਸੌਖਾ ਹੋ ਜਾਏ ਕਿਉਂਕਿ ਹਰ ਬੰਦਾ ਤਾਂ ਮਿਲਣ ਵੀ ਨਹੀਂ ਜਾਂਦਾ, ਪਰ ਇਹਨਾਂ ਦਾ। ਤਾਂ ਇਸ ਕਾਰਨ ਆਪਾਂ ਜਦੋਂ ਇਹ ਸਾਰੇ ਆਪਾਂ ਹਲਕੇ ਬਣਾਣੇ ਸੀ, ਜੋ ਆਪਾਂ ਕਨਸਟੀਟੂਐਂਸੀ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਕਹਿੰਦੇ ਕਨਸਟੀਟੂਐਂਸੀ ਬਣ ਗਈ, ਹਲਕਾ ਬਣ ਗਿਆ। ਹੁਣ ਜਿਹੜਾ ਹਲਕਾ ਹੈ, ਹਲਕੇ ਦੀਆਂ ਆਹ ਜਿਹੜੀਆਂ ਸਰਹੱਦਾਂ ਬਣਾਉਣ ਲਈ ਆਪਾਂ 2 ਤਰੀਕੇ ਅਪਣਾ ਸਕਦੇ ਸੀ। ਇੱਕ ਤਾਂ ਸੀਗਾ ਆਪਾਂ ਦੇਖੀਏ ਇਸ ਇਲਾਕੇ ਦਾ ਖੇਤਰ ਕਿੰਨਾ ਹੈ। ਖੇਤਰ ਦਾ ਮਤਲਬ ਏਰੀਆ ਸਾਰਾ ਦਾ ਸਾਰਾ, ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ, ਇਹ ਬਰਾਬਰ ਕਰਦੀ ਹੈ, ਬਸ ਜਿੰਨਾ ਹੈ ਪੰਜਾਬ ਨੂੰ ਬਰਾਬਰ ਉੱਚ ਕਰਦੀ ਹੈ। ਪਰ ਦੂਜੇ ਪਾਸੇ ਆਪਾਂ ਦੇਖੀਏ ਕਿਹੜੇ ਇਲਾਕੇ ਵਿੱਚ ਆਬਾਦੀ ਕਿੰਨੀ ਰਹਿੰਦੀ ਹੈ, ਤਾਂ ਕਿ ਇੱਕ ਐਮਐਲਏ ਬਰਾਬਰ ਦੀ ਆਬਾਦੀ ਨੂੰ ਰਿਪਰੈਜ਼ੈਂਟ ਕਰੇ। ਤਾਂ ਆਪਾਂ ਬਾਉਂਡਰੀਆਂ ਇਦਾਂ ਸਿੱਧੀਆਂ ਬਣਾਉਣ ਦੀ ਜਗ੍ਹਾ ਆਪਾਂ ਜੋ ਹਲਕੇ ਦੀ ਕੋਈ ਵੀ ਸਰਹੱਦ ਬਣਾਉਂਦੇ ਆ, ਆਪਾਂ ਇਦਾਂ ਬਣਾਉਂਦੇ, ਜਿਵੇਂ ਆਹ ਸ਼ਹਿਰ ਹੈ, ਇਹਦੀ ਸ਼ਾਇਦ ਆਪਣੀ ਇੱਕ ਸੀਟ ਬਣ ਜੂਗੀ, ਆ ਸ਼ਾਇਦ ਇੱਥੇ ਪਿੰਡਾਂ ਦਾ ਇਲਾਕਾ ਕਾਫੀ ਸੀ, ਆ ਇੱਕ ਬਣ ਜੂਗੀ, ਆ ਇੱਥੇ ਫੇਰ ਸ਼ਹਿਰ ਸੀ, ਆ ਸ਼ਾਇਦ ਇੰਨਾ ਕੋਈ ਇੰਨਾ ਬਣ ਜੂਗਾ। ਠੀਕ ਹੈ, ਇਦਾਂ ਕਰਾ ਕੇ ਆਪਣੀ ਅੱਡ ਸਰਹੱਦਾਂ ਬਣ ਜਾਂਦੀਆਂ ਹਲਕੇ ਦੀਆਂ ਚੋਣਾਂ, ਜ਼ਿਆਦਾ ਮਤਲਬ ਹਰ ਹਲਕੇ ਜਦੋਂ ਚੋਣਾਂ ਹੁੰਦੀਆਂ ਫਿਰ ਇਸ ਤਰੀਕੇ ਨਾਲ ਬਣਦੀਆਂ। ਠੀਕ ਹੈ, ਤਾਂ ਹੀ ਤੁਸੀਂ ਦੇਖੋਗੇ ਸ਼ਹਿਰਾਂ ਦੀ ਕਈ ਵਾਰੀ ਲੁਧਿਆਣਾ ਵਰਗਿਆਂ ਦੀ ਆਪਣੀਆਂ ਖੁਦ ਦੀਆਂ ਸੀਟਾਂ ਅੱਡ ਹੁੰਦੀਆਂ, ਕਿਉਂਕਿ ਲੁਧਿਆਣੇ ਦੀ ਆਬਾਦੀ ਬਹੁਤ ਜ਼ਿਆਦਾ ਹੈ, ਲੁਧਿਆਣੇ ਦੀ ਸੀਟ ਆਪਣੀ ਖੁਦ ਦੀ ਅੱਡ ਹੋਣੀ ਹੈ। ਠੀਕ ਹੈ, ਅੰਮ੍ਰਿਤਸਰ ਦੀ ਆਪਣੀ ਸੀਟ ਹੈ, ਅੰਮ੍ਰਿਤਸਰ ਦੇ ਅੰਦਰ ਦਾ ਬਲਕਿ 2 ਹੈ, ਤਾਂ 2 ਜਾਂ 3 ਹੈ, ਤਾਂ ਉਹ ਇਸੇ ਲਈ ਕਿਉਂਕਿ ਆਬਾਦੀ ਇੰਨੀ ਕੋਲੇ ਇੰਨੀ ਜ਼ਿਆਦਾ ਰਹਿੰਦੀ ਹੈ। ਤਾਂ ਇਸ ਤਰੀਕੇ ਨਾਲ ਆ ਸਾਰੀ ਦੀ ਸਾਰੀ ਆਪਣੀ ਆਪਾਂ ਕਨਸਟੀਟੂਐਂਸੀਜ਼ ਬਣਾ ਦਿੰਦੇ ਹਾਂ, ਹਲਕੇ ਬਣਾ ਦਿੰਦੇ ਹਾਂ। ਇਹ ਫੈਸਲਾ ਆਬਾਦੀ ਦੇ ਉੱਤੇ ਕੀਤਾ ਜਾਂਦਾ, ਕਿੱਥੇ ਕਿੰਨੀ ਆਬਾਦੀ ਹੈ, ਤਾਂ ਕਿ ਹਰ ਜਗ੍ਹਾ ਤੇ ਆਹ ਨੰਬਰ ਵਿੱਚ ਫਰਕ ਨਾ ਆਵੇ। ਠੀਕ ਹੈ, ਆ ਨੰਬਰ ਵਿੱਚ ਫਰਕ ਨਾ ਆਵੇ। ਆਪਾਂ ਕੀ ਕਰੀਏ ਕਿ ਜੇ ਇਸ ਇਲਾਕੇ ਆ ਏਡਾ ਵੱਡਾ ਇਲਾਕਾ, ਇੱਥੇ 10 ਲੱਖ ਲੋਕ ਰਹਿ ਰਹੇ, 10 ਲੱਖ ਲਈ ਇੱਕ ਬੰਦਾ ਇਲੈਕਟ ਹੋ ਰਿਹਾ, ਤਾਂ ਆ ਜਿਹੜੀ ਏਡੀ ਵੱਡੀ ਜਗ੍ਹਾ, ਇੱਥੇ ਵੀ 10 ਲੱਖ ਬੰਦਾ ਹੀ ਇੰਨੀ ਕੋ ਜਗ੍ਹਾ 'ਚ ਹੋਵੇ, ਆ ਛੋਟੀ ਜਿਹੀ ਜਗ੍ਹਾ 'ਚ ਵੀ 10 ਲੱਖ, ਤਾਂ ਆਬਾਦੀ ਬਰਾਬਰ ਰਵੇ, ਇਲਾਕਾ ਵੱਡਾ ਛੋਟਾ ਹੋ ਸਕਦਾ। ਠੀਕ ਹੈ, ਇਹ ਇਸ ਤਰੀਕੇ ਨਾਲ ਆਪਣਾ ਸਾਰੀ ਦੀ ਸਾਰੀ ਚੀਜ਼ ਬਣਦੀ ਹੈ। ਇਹਨੂੰ ਬਣਾਉਣ ਦੀ ਜ਼ਿੰਮੇਵਾਰੀ, ਜਿੱਦਾਂ ਆਪਣੀਆਂ ਸਾਰੀਆਂ ਸਰਹੱਦਾਂ ਬਣਦੀਆਂ, ਇਹਨੂੰ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਭਾਰਤ ਵਿੱਚ ਦਿੱਤੀ ਜਾਂਦੀ ਆ ਹੱਦਬੰਦੀ ਕਮਿਸ਼ਨ ਨੂੰ। ਠੀਕ ਹੈ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਡੀਲਿਮਿਟੇਸ਼ਨ ਕਮਿਸ਼ਨ ਵੀ ਕਹਿੰਦੇ ਆ। ਹੱਦਬੰਦੀ ਕਮਿਸ਼ਨ ਜਾਂ ਡੀਲਿਮਿਟੇਸ਼ਨ ਕਮਿਸ਼ਨ ਵੀ ਕਹਿੰਦੇ ਆ, ਉਹ ਇੱਥੇ ਇਸ ਤਰੀਕੇ ਨਾਲ ਬਣ ਗਈ। ਠੀਕ ਹੈ, ਇਹੀ ਆਹ ਸਾਰੀ ਜਗ੍ਹਾ ਦੀ ਆਬਾਦੀਆਂ ਨਾਪ ਕੇ ਸਭ ਕੁਝ ਬਣਾਉਂਦਾ। ਇਹ ਕਿਸ ਹਿਸਾਬ ਨਾਲ ਕੀਤੀਆਂ ਜਾਂਦੀਆਂ, ਕਿਹੜਾ ਆਪਾਂ ਸੈਂਸਸ ਫੋਲੋ ਕਰਦੇ ਹਾਂ, ਜਿਹੜੀ ਆਪਣੀ ਜਨਗਣਨਾ, ਕਿਹੜੀ ਜਨਗਣਨਾ ਹਰ ਵਾਰੀ ਨਹੀਂ ਹੁੰਦੀ, ਆਪਾਂ ਵੈਸੇ ਮੈਂ ਤੁਹਾਨੂੰ ਕਿਹੜੀ ਫੋਲੋ ਕਰਦੇ ਹਾਂ, ਕਿੱਦਾਂ ਬਾਉਂਡਰੀ ਚੇਂਜ ਹੁੰਦੀਆਂ, ਆਪਾਂ ਜਦੋਂ ਮੇਨ ਕਿਤਾਬ ਪੜਾਂਗੇ ਪੋਲਿਟੀ ਦੀ, ਉਦੋਂ ਜਾ ਕੇ ਆਪਾਂ ਇਹ ਸਾਰਾ ਕੁਝ ਪੜਾਂਗੇ। ਹਜੇ ਆਪਾਂ ਸਿਰਫ ਇੱਕ ਬੇਸ ਬਣਾ ਰਹੇ ਹਾਂ ਕਿ ਆਪਾਂ ਨੂੰ ਇਹ ਸਮਝ ਆਉਣਾ ਸ਼ੁਰੂ ਹੋਵੇ ਕਿ ਸਾਰੀ ਪੋਲਿਟਿਕ ਕੰਮ ਕਿੱਦਾਂ ਕਰਦੀ ਹੈ। ਹੁਣ ਦੇਖੋ, ਇਦਾਂ ਹੀ ਸਾਰੀ ਦੁਨੀਆ ਵਿੱਚ ਜਿੱਥੇ ਵੀ ਲੋਕਤੰਤਰ ਹੈਗਾ, ਸਾਰੀ ਜਗ੍ਹਾ ਇਦਾਂ ਹੀ ਕਨਸਟੀਟੂਐਂਸੀਆਂ ਬਣਦੀਆਂ। ਹੁਣ ਦੇਖੋ, ਆਪਣੇ ਕੋਲੇ ਆਪਾਂ ਕਿਸੇ ਹਲਕੇ ਚੋਂ ਇੱਕ ਬੰਦੇ ਨੂੰ ਚੁਣਿਆ, ਉਹਨੂੰ ਸਿੱਧਾ 5 ਸਾਲ ਉਹਦੀ ਰਾਜਨੀਤੀ ਵਿੱਚ ਪੱਕੇ ਹੋ ਜਾਂਦੇ ਆ, 5 ਸਾਲ ਤੋਂ ਘੱਟੋ ਘੱਟ ਉਹ ਚ ਰਹੂਗਾ। ਹੁਣ ਉਹ ਚਾਹੇ ਪੈਸੇ ਖਾਵੇ, ਕੰਮ ਕਰੇ ਨਾ ਕਰੇ, ਕੋਈ ਫਰਕ ਨਹੀਂ ਪੈਂਦਾ। ਆਪਾਂ 5 ਸਾਲ ਤੱਕ ਅਗਲੇ ਦਾ ਕੁਝ ਵਿਗਾੜ ਨਹੀਂ ਸਕਦੇ। ਆਪਾਂ ਐਜ਼ ਲੋਕ, ਕੋਈ ਵਿਜੀਲੈਂਸ ਪਿੱਛੇ ਪੈ ਜੇ ਉਹ ਅੱਡ ਗੱਲ ਹੈ, ਪਰ ਆਪਾਂ ਕੁਝ ਨਹੀਂ ਕਰ ਸਕਦੇ। ਸਵਿਟਜ਼ਰਲੈਂਡ ਵਿੱਚ ਇਦਾਂ ਨਹੀਂ ਹੁੰਦਾ, ਉੱਥੇ ਵਾਪਸ ਬੁਲਾਉਣ ਦਾ ਅਧਿਕਾਰ ਇੱਕ ਚੀਜ਼ ਹੈ। ਇਹਦਾ ਕੀ ਮਤਲਬ ਹੈ? ਦੇਖੋ, ਉੱਥੇ ਜਿਵੇਂ ਕੋਈ ਹਲਕਾ ਬਣਿਆ,
ਉੱਥੇ ਜਿਹੜਾ ਬੰਦਾ ਆਪਾਂ ਚੁਣਿਆ ਸੀ, ਕੋਈ ਆਪਾਂ ਐਮਐਲਏ ਉੱਥੇ ਮਤਲਬ ਮੰਨ ਲਓ ਉਹਨਾਂ ਦੇ ਬਰਾਬਰ ਦਾ ਆਪਾਂ ਕਿਸੇ ਬੰਦੇ ਨੂੰ ਉੱਥੇ ਚੁਣਿਆ ਸੀ, ਜੇ ਉਹਨਾਂ ਦੇ ਉੱਥੇ ਜਿੰਨੇ ਵੀ ਹਲਕੇ ਦੇ ਅੰਦਰ ਲੋਕ ਰਹਿ ਰਹੇ ਆ, ਉਹਨਾਂ ਨੂੰ ਮਹਿਸੂਸ ਹੁੰਦਾ ਕਿ ਇਹ ਬੰਦਾ ਕੰਮ ਨਹੀਂ ਕਰ ਰਿਹਾ ਜਾਂ ਕਰਪਟ ਆ ਜਾਂ ਕੁਝ ਵੀ ਹੈ, ਉਹ ਕੀ ਕਰ ਸਕਦੇ ਆ, ਆਪਣੇ ਨਜ਼ਦੀਕੀ ਜਿਹੜਾ ਚੋਣ ਆਫਿਸ ਹੋਊਗਾ ਉਹ ਉੱਥੇ ਜਾ ਕੇ ਇੱਕ ਪਰਚਾ ਫਾਈਲ ਕਰ ਦੇਣਗੇ। ਉਹ ਪਰਚੇ ਦੇ ਅੰਦਰ ਕੀ ਹੋਊਗਾ ਕਿ ਅਸੀਂ ਆਪਣਾ ਜਿਹੜਾ ਚੁਣਿਆ ਹੋਇਆ ਸਾਡਾ ਪ੍ਰਤੀਨਿਧੀ, ਇਹਨੂੰ ਅਸੀਂ ਵਾਪਸ ਬੁਲਾਉਣਾ ਚਾਹੁੰਦੇ, ਇਹ ਕੰਮ ਨਹੀਂ ਕਰ ਰਿਹਾ, ਅਸੀਂ ਨਵਾਂ ਚੁਣ ਕੇ ਭੇਜਣਾ ਚਾਹੁੰਦੇ ਹਾਂ। ਇਹ ਪਰਚਾ ਸਾਰੇ ਆਫਿਸਿਸ ਵਿੱਚ ਇਦਾਂ ਵੰਡ ਦਿੱਤਾ ਜਾਊਗਾ, ਸਾਰੇ ਦੇ ਸਾਰੇ ਆਫਿਸਿਸ ਵਿੱਚ ਇਦਾਂ ਵੰਡ ਦਿੱਤਾ ਜਾਊਗਾ ਪੂਰੇ ਹਲਕੇ ਵਿੱਚ। ਹੁਣ ਤੁਹਾਡਾ ਕੰਮ ਹੈ ਕਿ ਇਸ ਪੂਰੇ ਹਲਕੇ ਵਿੱਚ ਤੁਸੀਂ ਜਾ ਕੇ ਲੋਕਾਂ ਨੂੰ ਕਨਵਿੰਸ ਕਰਨਾ ਕਿ ਜਾਓ ਆਪਣੇ ਆਫਿਸ ਜਾ ਕੇ ਵੋਟ ਪਾਓ ਕਿ ਅਸੀਂ ਆਪਾਂ ਇਸ ਬੰਦੇ ਨੂੰ ਵਾਪਸ ਬੁਲਾ ਲਈਏ। ਜੇ ਇਸ ਪੂਰੇ ਹਲਕੇ ਦੇ ਜ਼ਿਆਦਾਤਰ ਲੋਕ ਮੰਨ ਗਏ, ਦੇਖੋ 50% ਦਾ ਮਤਲਬ ਹੁੰਦਾ ਬਰਾਬਰ ਹੋ ਗਿਆ, 50% ਤੋਂ ਬਸ ਇੱਕ ਬੰਦਾ ਜ਼ਿਆਦਾ ਮੰਨ ਗਿਆ ਤਾਂ ਉਹ ਬੰਦੇ ਨੂੰ ਰਿਟਾਇਰ ਹੋਣਾ ਹੀ ਪਊਗਾ, ਉਹਨੂੰ ਆਪਣੀ ਕੁਰਸੀ ਛੱਡਣੀ ਪਊਗੀ, ਚਾਹੇ 5 ਸਾਲ ਦਾ ਪੀਰੀਅਡ ਹੋਵੇ, ਉਹਨੂੰ ਪਹਿਲਾਂ ਹੀ ਛੱਡ ਕੇ ਆਉਣਾ ਪਊਗਾ ਤੇ ਇਸ ਹਲਕੇ ਦੇ ਦੁਆਰਾ ਤੋਂ ਚੋਣ ਹੋ ਜਾਣਗੇ। ਇਸ ਕਾਰਨ ਕੀ ਹੁੰਦਾ, ਉੱਥੋਂ ਦੇ ਜਿਹੜੇ ਉਮੀਦਵਾਰ ਹੈ ਜਿਹੜੇ ਉੱਥੇ ਬੈਠੇ ਸਰਕਾਰ ਚਲਾ ਰਹੇ ਨਾ, ਉਹ ਲਗਾਤਾਰ ਕੰਮ ਕਰਨ ਲਈ ਹੋਰ ਜ਼ਿਆਦਾ ਡਰੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਕਦੀ ਵੀ ਆਪਣੀ ਜੇ ਲੋਕਾਂ ਨੂੰ ਨਹੀਂ ਪਸੰਦ ਆਇਆ, ਲੋਕਾਂ ਨੇ ਚੱਕ ਕੇ ਵਾਪਸ ਬੁਲਾ ਲੈਣਾ, ਨਾਲ ਦੀ ਨਾਲ ਆਪਣੀ ਪਾਵਰ ਚਲੀ ਜਾਣੀ ਹੈ, ਤਾਂ ਅਗਲੇ ਆਪਣੇ ਆਪ ਹੀ ਜ਼ਿਆਦਾ ਕੰਮ ਕਰਦੇ। ਆਪਣੇ ਇੱਥੇ ਨਹੀਂ ਹੈ, ਕਿਉਂਕਿ ਆਪਣੇ ਇੱਥੇ ਇਨਡਾਇਰੈਕਟ ਇਸ ਲਈ ਹੁੰਦਾ ਕਿਉਂਕਿ ਲੋਕ ਰੋਜ਼ ਦੀ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਕਰ ਪਾਉਂਦੇ। ਆਪਣੀ ਜਿਹੜੀ ਲੋਕਤੰਤਰ ਦੀ ਪਾਵਰ ਆ ਉਹ ਸਿਰਫ ਇੱਥੇ ਤੱਕ ਹੀ ਹੈ ਕਿ ਬਸ ਲੋਕ ਆਪਣੇ ਪ੍ਰਤੀਨਿਧੀ ਨੂੰ ਚੁਣ ਸਕਣ ਤੇ ਇਹ ਪ੍ਰਤੀਨਿਧੀ ਹੀ ਆਪਣੇ ਉੱਤੇ ਚਲਾਉਂਦੇ ਆ। ਉਹ ਚੋਣਾਂ ਦੇ ਥਰੂ ਆਪਣੇ ਪ੍ਰਤੀਨਿਧੀ ਵੀ ਚੁਣਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਵੀ ਰੱਖਦੇ ਆ। ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਪਹਿਲ ਕਰਨਾ। ਪਹਿਲ ਦਾ ਕੀ ਮਤਲਬ ਹੈ, ਹੁਣ ਦੇਖੋ ਤੁਹਾਡੇ ਦੇਸ਼ ਦੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਸਰਕਾਰ ਨੂੰ ਕੋਈ ਇਦਾਂ ਦਾ ਕਾਨੂੰਨ ਜਾਂ ਇਦਾਂ ਦੀ ਪਾਲਿਸੀ ਬਣਾਉਣੀ ਚਾਹੀਦੀ ਹੈ, ਜਾਂ ਸਰਕਾਰ ਨੇ ਕੋਈ ਕਾਨੂੰਨ ਬਣਾਇਆ ਤੇ ਲੋਕਾਂ ਨੂੰ ਕਾਨੂੰਨ ਪਸੰਦ ਨਹੀਂ ਆ ਰਿਹਾ। ਲੋਕ ਕੀ ਕਰ ਸਕਦੇ, ਇਦਾਂ ਹੀ ਜਾ ਕੇ ਫਿਰ ਆਪਣੇ ਦਫ਼ਤਰ ਵਿੱਚ, ਚੋਣ ਦਫ਼ਤਰ ਵਿੱਚ ਜਾ ਕੇ ਪਰਚਾ ਦੇਣ। ਇਹ ਪਰਚਾ ਸਾਰੇ ਦੇਸ਼ ਵਿੱਚ ਫੈਲਾ ਦਿੱਤਾ ਜਾਊਗਾ। ਜਿਵੇਂ ਆਪਣੀ ਜੇ ਆਪਾਂ ਕੱਲੀ ਜੇ ਆਪਣੇ ਇੱਥੇ ਹੁੰਦਾ ਤੇ ਸਾਰੇ ਪੰਜਾਬ ਵਿੱਚ ਸਾਰੀ ਜਗ੍ਹਾ ਫੈਲਾ ਦਿੱਤਾ। ਹੁਣ ਤੁਹਾਡਾ ਕੰਮ ਹੈ ਤੁਸੀਂ ਸਾਰੇ ਪੰਜਾਬ 'ਚ ਅਵੇਅਰਨੈਸ ਫੈਲਾਣੀ ਹੈ। ਸਰਕਾਰ ਜਾਂ ਕੋਈ ਅਵੇਅਰਨੈਸ ਨਹੀਂ ਫੈਲਾਉਣ ਵਾਲੇ ਕਿ ਇਦਾਂ ਦਾ ਕੋਈ ਪਰਚਾ ਆਇਆ। ਤੁਸੀਂ ਲੋਕਾਂ ਨੂੰ ਕਹਿਣਾ ਹੈ ਕਿ ਇਸ ਦਿਨ ਤੱਕ ਇਹ ਪਰਚਾ ਓਪਨ ਆ, ਜਾਓ ਜਾ ਕੇ ਉੱਥੇ ਹਾਂ ਵਿੱਚ ਵੋਟ ਪਾ ਕੇ ਆਓ। ਜੇ ਮੈਜੋਰਿਟੀ ਲੋਕਾਂ ਨੇ ਹਾਂ ਵਿੱਚ ਵੋਟ ਪਾਤੀ, ਸਰਕਾਰ ਨੂੰ ਉਸ ਕਾਨੂੰਨ ਬਾਰੇ ਸੋਚਣਾ ਹੀ ਪੈਣਾ, ਵਿਚਾਰ ਕਰਨਾ ਹੀ ਪੈਣਾ, ਤੇ ਜੇ ਕੋਈ ਕਾਨੂੰਨ ਹਟਾਉਣ ਵਾਲਾ ਹਟਾਉਣਾ ਹੀ ਪੈਣਾ। ਤਾਂ ਉੱਥੇ ਲੋਕ ਖੁਦ ਸਰਕਾਰ ਚਲਾਉਂਦੇ ਆ, ਇਸੇ ਕਾਰਨ ਉਹਨੂੰ ਆਪਾਂ ਕਹਿੰਦੇ ਕਿ ਉਹ ਡਾਇਰੈਕਟ ਡੈਮੋਕ੍ਰੇਸੀ ਹੈ, ਡਾਇਰੈਕਟ ਲੋਕਤੰਤਰ 'ਚ ਰਹਿੰਦੇ ਆ। ਆਪਣੇ ਇੱਥੇ ਆਪਣੇ ਕੋਲ ਇਦਾਂ ਦਾ ਕੋਈ ਨਹੀਂ। ਆਪਣੇ ਵੀ ਬਾਕੀ ਅਮਰੀਕਾ ਤੇ ਯੂਕੇ, ਇੱਥੇ ਜਿੰਨੇ ਵੀ ਵੱਡੇ ਸਾਈਜ਼ ਦੇ ਦੇਸ਼ ਹੈ ਨਾ, ਉੱਥੇ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਤੁਸੀਂ ਖੁਦ ਮੰਨੋ ਕਿ ਇੰਡੀਆ 'ਚ 135 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਹੈ। ਹੁਣ ਤੁਸੀਂ ਕਿਹੜੇ ਬੰਦੇ ਨੂੰ ਮਨਾਉਂਦੇ ਫਿਰੋਗੇ, ਕਿਹੜਾ ਬੰਦਾ ਕਦ ਸਰਕਾਰ ਤੋਂ ਨਾਰਾਜ਼ ਹੋ ਜੇ, ਉਹਨਾਂ ਦੇ ਖਿਲਾਫ ਵੋਟ ਪਾਉਣ ਨਿਕਲ ਗਿਆ, ਦੇਖੋ ਫਿਰ ਤਾਂ ਆਪਾਂ ਇਸੇ 'ਚ ਹੀ ਰਹਿ ਜਾਾਂਗੇ। ਓਬਵੀਅਸਲੀ ਆਪਾਂ ਨੂੰ ਹੋਰ ਵੀ ਪਾਵਰਾਂ ਲੋਕਾਂ ਨੂੰ ਦੇਣ ਦੀ ਲੋੜ ਹੈ, ਪਰ ਇਹਦਾ ਕੋਈ ਹੋਰ ਤਰੀਕਾ ਕੱਢਣ ਦੀ ਲੋੜ ਹੈ। ਹੁਣ ਅੱਜ ਕੱਲ ਤਾਂ ਟੈਕਨੋਲੋਜੀ ਵੀ ਇੰਨੀ ਆ ਗਈ ਹੈ, ਫੋਨ ਉੱਤੇ ਹੀ ਸਭ ਕੁਝ ਦੇਖ ਕਰ ਸਕੀਏ ਕਦੀ ਤਾਂ ਸ਼ਾਇਦ ਹੋ ਜੇ, ਪਰ ਇਹ ਸਾਰੀ ਦੀ ਸਾਰੀ ਚੀਜ਼ ਇਸ ਤਰੀਕੇ ਨਾਲ ਕਲੀਅਰ ਹੈ। ਕੋਈ ਵੀ ਡਾਊਟ ਇੱਥੇ? ਹੁਣ ਜਿਹੜੀ ਆਪਣਾ ਲੋਕਤੰਤਰ ਸੀ ਉਹਨੂੰ ਥੋੜਾ ਜਿਹਾ ਹੋਰ ਅੱਗੇ ਜਾ ਕੇ ਪੜ੍ਹੀਏ ਆਪਾਂ। ਇੱਥੇ ਜਿਵੇਂ ਇੱਕ ਪਾਸੇ ਅਮਰੀਕਾ, ਭਾਰਤ ਤੇ ਯੂਕੇ, ਇਹ ਤਿੰਨਾਂ ਨੂੰ ਲਿਖਿਆ ਸੀ। ਹੁਣ ਇਹ ਤਿੰਨਾਂ ਦੇ ਵਿੱਚ ਕੀ ਫਰਕ ਆ ਉਹ ਵੀ ਥੋੜਾ ਅੱਡ ਕਰਕੇ ਦੇਖਦੇ ਹਾਂ। ਹੁਣ ਆਪਾਂ ਸਾਰੇ ਦੇ ਸਾਰੇ ਹੈਗੇ ਇਨਡਾਇਰੈਕਟ ਲੋਕਤੰਤਰ ਹੀ ਹੈ। इनडायरेक्ट लोकतंत्र ही आप सारे, पर अपने इत्थे है कि दो तरीके दे अगे आप अड कर सकते हैं। राष्ट्रपति प्रणाली ते दूजा हैगा संसदी प्रणाली। सरकारां दो तरीके दी हो सकती हैं, राष्ट्रपति प्रणाली ते संसदी प्रणाली। ਇਹਦਾ एग्जाम्पल ਹੁਣ देखो आप ਤਿੰਨਾਂ ਨੂੰ ਅੱਡ करिए तो इत्थे
ਅਮਰੀਕਾ ਇੱਕ ਪਾਸੇ ਚਲਾ ਜਾਂਦਾ ਹੈ ਤੇ ਆਪਣਾ ਭਾਰਤ ਤੇ ਆਪਣੇ ਉੱਤੇ ਜਿਹੜੇ ਰਾਜ ਕਰਕੇ ਗਏ ਆ ਯੂਕੇ, ਜਿਹੜਾ ਬ੍ਰਿਟਾਨੀਆ ਓਕੇ, ਇਹ ਆਪਾਂ ਦੋਨੋਂ ਇੱਕ ਪਾਸੇ ਆ ਗਏ। ਹੁਣ ਦੇਖੋ ਕੱਲ ਮੈਂ ਤੁਹਾਨੂੰ ਬ੍ਰਿਟਾਨੀਆ ਬਾਰੇ ਦੱਸਿਆ ਸੀ ਕਿ ਕਿੱਦਾਂ ਉਹਨਾਂ ਦੀ ਸਾਰੀ ਪਾਵਰ ਸੰਸਦ ਵਿੱਚ ਆਈ ਹੋਈ ਹੈ, ਸਾਰੀ ਪਾਵਰ ਸੰਸਦ ਦੇ ਅੰਦਰ ਹੈ। ਹੁਣ ਇੱਥੇ ਕੀ ਹੁੰਦਾ ਹੈ ਇਸ ਪੂਰੇ ਸਿਸਟਮ ਦੇ ਅੰਦਰ, ਅਮਰੀਕਾ ਦੇ ਅੰਦਰ ਇਹ ਜਿਹੜਾ ਸਿਸਟਮ ਹੈ ਨਾ, ਇਹ ਜਿਹੜੀ ਪ੍ਰਣਾਲੀ ਹੈ ਕਿ ਕਿਹੜਾ ਸਿਸਟਮ ਚੱਲ ਰਿਹਾ ਇੱਥੇ, ਇਹ ਚੀਜ਼ ਇਸ ਚੀਜ਼ ਤੇ ਮਤਲਬ ਰਾਸ਼ਟਰਪਤੀ ਜਾਂ ਸੰਸਦੀ, ਇਹ ਕਿਸ ਚੀਜ਼ ਉੱਤੇ ਆਪਾਂ ਡਿਪੈਂਡ ਕਰਦੇ ਹਾਂ, ਕਿਹਦੇ ਕੋਲੇ ਸਭ ਤੋਂ ਜ਼ਿਆਦਾ ਇਹਨਾਂ ਵਿੱਚ ਤਾਕਤ ਹੈ, ਦੇਸ਼ ਵਿੱਚ ਸਭ ਤੋਂ ਤਾਕਤਵਰ ਕਿਹੜੀ ਬਾਡੀ ਹੈ। ਅਮਰੀਕਾ ਵਿੱਚ ਸਭ ਤੋਂ ਤਾਕਤਵਰ ਉਹਨਾਂ ਦਾ ਰਾਸ਼ਟਰਪਤੀ ਹੈ। ਆਪਣੇ ਭਾਰਤ ਵਿੱਚ ਵੀ ਰਾਸ਼ਟਰਪਤੀ ਹੁੰਦਾ ਹੈ, ਪਰ ਆਪਣੇ ਭਾਰਤ ਵਿੱਚ ਰਾਸ਼ਟਰਪਤੀ ਸਭ ਤੋਂ ਤਾਕਤਵਰ ਨਹੀਂ ਹੈ। ਦੇਖੋ ਕਿੰਨੀ ਵਾਰੀ ਨਿਊਜ਼ ਹੈ ਕਿ ਤੁਸੀਂ ਰਾਸ਼ਟਰਪਤੀ ਬਾਰੇ ਐਕਚੁਅਲੀ ਸੁਣਦੇ ਹੋ, ਤੁਸੀਂ ਇੱਕ ਆਮ ਭਾਰਤ ਦੇ ਚੱਲਦੇ ਫਿਰਦੇ ਕਿਸੇ ਨਾਗਰਿਕ ਨੂੰ ਪੁੱਛੋਗੇ ਨਾ ਕਿ ਭਾਰਤ ਦਾ ਰਾਸ਼ਟਰਪਤੀ ਕੌਣ ਹੈ, ਠੀਕ ਹੈ, ਜਾਂ ਇਸ ਚੀਜ਼ਾਂ ਬਾਰੇ, ਜਾਂ ਪਿਛਲਾ ਕੌਣ ਸੀ, ਉਦੋਂ ਪਹਿਲਾਂ ਕੌਣ ਸੀ, ਸ਼ਰਤੀਆ ਗੱਲ ਹੈ 70 ਤੋਂ 80% ਨੂੰ ਪਤਾ ਹੀ ਨਹੀਂ ਹੋਊਗਾ ਆਪਣਾ ਰਾਸ਼ਟਰਪਤੀ ਕੌਣ ਹੈ। ਕਿਉਂਕਿ ਗੱਲ ਕੀ ਹੈ, ਆਪਾਂ ਜਿਹੜਾ ਸਿਸਟਮ ਹੈ ਨਾ ਉਹ ਆਪਾਂ ਯੂਕੇ ਤੋਂ ਕਾਪੀ ਮਾਰਿਆ, ਉਹਨਾਂ ਦਾ ਹੀ ਸਿਸਟਮ ਆਪਾਂ ਯੂਜ਼ ਕੀਤਾ। ਬਸ ਗੱਲ ਇਹ ਹੈ ਕਿ ਯੂਕੇ ਦੇ ਅੰਦਰ ਜਿਹੜਾ ਰਾਸ਼ਟਰਪਤੀ ਦਾ ਆਫਿਸ ਹੈ ਉੱਥੇ ਰਾਣੀ ਬੈਠੀ ਹੋਈ ਹੈ। ਰਾਣੀ ਨੂੰ ਮੈਂ ਕੱਲ ਦੱਸਿਆ ਸੀ ਜਿਹੜਾ ਉਹ ਕਰਾਊਨ ਸੀਗਾ, ਉਹਨੂੰ ਬਸ ਕਿਹਾ ਸੀ ਬਸ ਤੁਸੀਂ ਸਾਈਨ ਕਰੋ, ਪੈਨਸ਼ਨ ਰੱਖੋ, ਕੰਮ ਤੁਸੀਂ ਤੁਹਾਡਾ ਹੋਰ ਕੋਈ ਨਹੀਂ ਹੈ, ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ। ਆਪਣੇ ਵੀ ਇੱਥੇ ਜਿਹੜਾ ਰਾਸ਼ਟਰਪਤੀ ਦਾ ਆਫਿਸ ਹੈ ਨਾ, ਉਹਦਾ ਕੰਮ ਇੱਕ ਤਰੀਕੇ ਨਾਲ ਉਹਨੂੰ ਆਪਾਂ ਰਬੜ ਸਟੈਂਪ ਹੀ ਕਹਿੰਦੇ, ਕਿਉਂਕਿ ਰਾਸ਼ਟਰਪਤੀ ਦਾ ਕੰਮ ਹੈ ਬਸ ਸਟੈਂਪ ਮਾਰਨਾ, ਸਾਈਨ ਕਰਨਾ, ਠੀਕ ਹੈ। ਬਹੁਤ ਵੱਡਾ ਘਰ ਹੈ ਰਾਸ਼ਟਰਪਤੀ ਦਾ, ਚੰਗੀ ਖਾਸੀ ਫੈਸਿਲਿਟੀਜ਼ ਹੈ, ਪਰ ਰਾਸ਼ਟਰਪਤੀ ਕੋਲੇ ਕੋਈ ਵੀ ਸ਼ਕਤੀਆਂ ਨਹੀਂ ਹੈ, ਰਾਸ਼ਟਰਪਤੀ ਕੋਲੇ ਕੋਈ ਪਾਵਰ ਨਹੀਂ ਹੈ। ਇੱਥੇ ਆਪਣੇ ਫਿਰ ਭਾਰਤ ਵਿੱਚ ਪਾਵਰ ਹੈ ਕਿਹਦੇ ਕੋਲੇ? ਦੇਖੋ ਆਪਣੇ ਇੱਥੇ ਦੋ ਆਫਿਸ ਐਗਜ਼ਿਸਟ ਕਰਦੇ ਆ, ਆਪਾਂ ਆਪਣੇ ਭਾਰਤ ਨੂੰ ਲੈ ਕੇ ਚੱਲੀਏ ਤਾਂ ਆਪਣੇ ਇੱਥੇ ਦੋ ਆਫਿਸ ਐਗਜ਼ਿਸਟ ਕਰਦੇ ਆ। ਇੱਕ ਹੈਗਾ ਆਪਣਾ ਰਾਸ਼ਟਰਪਤੀ ਤੇ ਦੂਜਾ ਹੈਗਾ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਦਾ ਇੰਡੀਆ ਦਾ ਕਿਸੇ ਨੂੰ ਵੀ ਪੁੱਛੋਗੇ ਬੱਚੇ ਨੂੰ ਪਤਾ ਹੋਊਗਾ, ਪਰ ਰਾਸ਼ਟਰਪਤੀ ਬਾਰੇ ਨਹੀਂ ਪਤਾ ਹੁੰਦਾ। ਕਿਉਂ? ਕਿਉਂਕਿ ਰਾਸ਼ਟਰਪਤੀ ਕੋਲ ਪਾਵਰ ਹੀ ਨਹੀਂ, ਤਾਂ ਫਿਰ ਉਹ ਸਪੀਚਾਂ ਵੀ ਉਨੀਆਂ ਘੱਟ ਦਿੰਦੇ ਆ, ਮਤਲਬ ਉਹਨਾਂ ਦੀ ਪ੍ਰੈਜ਼ੈਂਸ ਪਬਲਿਕ ਲਾਈਫ ਤੋਂ ਉਨੀ ਘੱਟ ਰਹਿੰਦੀ ਹੈ, ਠੀਕ ਹੈ। ਪਰ ਜਿਹੜਾ ਰਾਸ਼ਟਰਪਤੀ, ਫਿਰ ਆਪਾਂ ਰਾਸ਼ਟਰਪਤੀ ਰੱਖਿਆ ਕਿਉਂ? ਦੇਖੋ ਆਪਾਂ ਇੱਕ ਬੰਦੇ ਦੇ ਹੱਥ ਵਿੱਚ ਨਾ ਪਾਵਰ ਨਹੀਂ ਦੇਣਾ ਚਾਹੁੰਦੇ ਸੀ। ਆਹ ਸਭ ਤੋਂ ਪਾਵਰਫੁਲ ਆਫਿਸ, ਮਤਲਬ ਐਗਜ਼ੀਕਿਊਟਿਵ ਵਿੱਚ ਇਹ ਸਭ ਤੋਂ ਪਾਵਰਫੁਲ ਲੋਕ ਹੈ, ਤਾਂ ਆਪਾਂ ਰਾਸ਼ਟਰਪਤੀ ਦੇ ਹੱਥ ਵਿੱਚ ਸਾਰੀ ਪਾਵਰ ਦੇਣਾ ਨਹੀਂ ਚਾਹੁੰਦੇ ਸੀ, ਕਿਉਂਕਿ ਆਪਾਂ ਨੂੰ ਇਹ ਸੀਗਾ ਕਿ ਜਿਹੜਾ ਰਾਸ਼ਟਰਪਤੀ ਹੋਊਗਾ ਇਦਾਂ ਨਾ ਹੋਏ ਕਿ ਕੋਈ ਗਲਤ ਬੰਦਾ ਇਸ ਕੁਰਸੀ ਤੇ ਆ ਕੇ ਬਹਿ ਜਾਏ, ਤੇ ਜੇ ਉਹ ਆ ਕੇ ਬਹਿ ਗਿਆ ਉਹ ਤਾਂ ਤਾਨਾਸ਼ਾਹ ਬਣ ਜਾਊਗਾ, ਉਹ ਸਾਰੀ ਪਾਵਰ ਹੀ ਫਿਰ ਖਿੱਚ ਲੂਗਾ। ਜੋ ਆਪਾਂ ਇੰਨੀ ਸੰਘਰਸ਼ ਕੀਤਾ ਭਾਰਤ ਨੂੰ ਇੱਕ ਲੋਕਤੰਤਰ ਬਣਾਉਣ ਲਈ, ਉਹ ਸਾਰਾ ਦਾ ਸਾਰਾ ਹੀ ਕੰਮ ਫੇਲ ਹੋ ਜਾਊਗਾ। ਆਪਾਂ ਇਹ ਪਾਵਰ ਇੱਥੇ ਵੰਡਤੀ। ਆਪਾਂ ਰਾਸ਼ਟਰਪਤੀ ਨੂੰ ਕਹਿੰਦੇ ਆ ਕਿ ਉਹ ਆਪਣੇ ਪੂਰੇ ਭਾਰਤ ਰਾਜ ਦਾ ਮੁਖੀ ਹੈ। ਜਿਹੜਾ ਪ੍ਰਧਾਨ ਮੰਤਰੀ ਹੁੰਦਾ ਹੈ ਨਾ, ਉਹ ਹੁੰਦਾ ਸਰਕਾਰ ਦਾ ਮੁਖੀ। ਠੀਕ ਹੈ। ਹੁਣ ਇਹ ਰਾਜ ਤੇ ਸਰਕਾਰ ਵਿੱਚ ਕੀ ਫਰਕ ਆ, ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਮਝ ਲੈਂਦੇ ਆ, ਫਿਰ ਇਸ ਚੀਜ਼ ਤੇ ਵਾਪਸ ਆਉਂਦੇ ਆ, ਠੀਕ ਹੈ। ਕਿਉਂਕਿ ਇਹ ਆਪਣਾ ਪਹਿਲਾਂ ਵੀ UPSC ਨੇ ਕੁਐਸਚਨ ਪੁੱਛਿਆ ਹੋਇਆ, ਅੱਜ ਕੱਲ ਪੰਜਾਬ ਵੀ UPSC ਦੀ ਬਹੁਤ ਕਾਪੀ ਮਾਰ ਰਿਹਾ। ਪਿਛਲੀ ਵਾਰੀ ਤਾਂ 2 ਕੁਐਸਚਨ ਜਿਹੜੇ UPSC ਦੇ ਪ੍ਰੀਲਿਮਸ ਵਿੱਚ ਆਏ ਹੋਏ ਸੀ ਉਹੀ ਚੱਕ ਕੇ ਪੰਜਾਬ ਨੇ ਪੁੱਛ ਲਏ ਸੀ, ਤਾਂ ਇਸ ਕਾਰਨ ਪ੍ਰੀਵੀਅਸ ਈਅਰ ਤੋਂ ਪੁੱਛ ਲਏ ਤਾਂ ਆਪਾਂ ਨੇ ਸਮਝਣਾ ਜ਼ਰੂਰੀ ਹੈ। ਰਾਜ ਕੀ ਹੁੰਦਾ? ਰਾਜ ਜਾਂ ਜਿਹਨੂੰ ਆਪਾਂ ਇੰਗਲਿਸ਼ ਵਿੱਚ ਸਟੇਟ ਕਹਿੰਦੇ ਆ, ਪੂਰੇ ਦੀ ਪੂਰਾ, ਜਿਵੇਂ ਭਾਰਤ ਸਟੇਟ ਹੋ ਗਈ, ਇੰਡੀਆ ਐਜ਼ ਅ ਸਟੇਟ, ਪੂਰਾ ਭਾਰਤ ਇੱਕ ਸਿੰਗਲ ਸਟੇਟ ਦੇ ਤੌਰ ਤੇ, ਠੀਕ ਹੈ। ਇਹ ਪੰਜਾਬ ਹਰਿਆਣਾ ਆ ਵਾਲੀ ਸਟੇਟ ਨਹੀਂ ਹੈ, ਇਹ ਪੂਰਾ ਦੇਸ਼ ਨੂੰ ਵੀ ਆਪਾਂ ਸਟੇਟ ਹੀ ਕਹਿੰਦੇ ਆ, ਠੀਕ ਹੈ, ਜਾਂ ਰਾਜ ਕਹਿ ਲਓ ਉਹਨੂੰ। ਸਰਕਾਰ ਦੂਜੇ ਪਾਸੇ। ਹੁਣ ਰਾਜ ਹੁੰਦਾ ਕੀ ਹੈ? ਦੇਖੋ ਰਾਜ ਦਾ ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ, ਪੂਰਾ ਦਾ ਪੂਰਾ ਭਾਰਤ ਰਾਜ ਹੈ। ਹੁਣ ਭਾਰਤ ਹੈ ਕੀ ਆਪਣੇ ਆਪ? ਭਾਰਤ ਸਿਰਫ ਆ ਸਰਕਾਰ ਨਾਲ ਨਹੀਂ ਹੈ, ਭਾਰਤ ਦੇ ਅੰਦਰ ਭਾਰਤ ਦੇ ਲੋਕ ਹੈ, ਠੀਕ ਹੈ, ਭਾਰਤ ਦੀ ਆਪਣੀ
ਜੋਗ੍ਰਾਫੀ ਹੈ, ਭਾਰਤ ਦਾ ਆਪਣਾ ਭੂਗੋਲ ਹੈ, ਠੀਕ ਹੈ। ਭਾਰਤ ਦਾ ਆਪਣਾ ਪੂਰਾ, ਚਾਹੇ ਸੈਂਟਰ ਹੋਵੇ ਚਾਹੇ ਹਰ ਸਟੇਟ ਦੇ ਅੰਦਰ, ਸਿਆਸੀ ਇੱਕ ਸਿਸਟਮ ਬਣਾਇਆ ਆਪਾਂ, ਠੀਕ ਹੈ। ਉਸੇ ਦੇ ਅੰਦਰ ਹੀ ਸਰਕਾਰ ਆਂਦੀ ਹੈ। ਉਸ ਤੋਂ ਬਾਅਦ ਆਪਣਾ ਪੂਰੇ ਭਾਰਤ ਦਾ ਇੱਕ ਕੋਈ ਸੱਭਿਆਚਾਰ ਹੈ, ਠੀਕ ਹੈ। ਆਪਣੇ ਹਰ ਇਲਾਕੇ ਦੀ ਆਪਣੀ ਆਪਣੀਆਂ ਭਾਸ਼ਾਵਾਂ ਵੀ ਹੈ, ਹਰ ਚੀਜ਼ ਹੈ, ਤਾਂ ਆਪਣਾ ਸੱਭਿਆਚਾਰ ਵੀ ਹੈ। ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਰਾਜ ਨੂੰ ਬਣਾਉਂਦੀ ਹੈ। ਤਾਂ ਜਦੋਂ ਆਪਾਂ ਇਹ ਕਹਿੰਦੇ ਆ, ਇਹ ਸਾਰੀਆਂ ਚੀਜ਼ਾਂ ਦੇਖੋ, ਇੱਕ ਵਾਜਪਾਈ ਜੀ ਦੀ ਵੀ ਇਹ ਲਾਈਨ ਬਹੁਤ ਮਸ਼ਹੂਰ ਹੋਈ ਸੀ ਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਠੀਕ ਹੈ, ਇਹ ਦੇਸ਼ ਰਹਿਣਾ ਚਾਹੀਏ, ਭਾਰਤ ਰਹਿਣਾ ਚਾਹੀਏ। ਉਹਨਾਂ ਦਾ ਇਸ ਚੀਜ਼ ਨੂੰ ਰੈਫਰੈਂਸ ਸੀ। ਇਹ ਚੀਜ਼ ਕਦੀ ਨਹੀਂ ਜਾਂਦੀ। ਦੇਖੋ ਕੱਲ ਸਰਕਾਰ, ਜ਼ਿਆਦਾ ਤੋਂ ਜ਼ਿਆਦਾ ਕੀ ਹੋ ਸਕਦਾ ਹੈ, ਸਰਕਾਰ ਬਦਲ ਸਕਦੀ ਹੈ। ਸਰਕਾਰ ਚਲਾਉਣ ਦਾ ਆਪਾਂ ਕੱਲ ਤਰੀਕਾ ਬਦਲ ਸਕਦੇ ਹਾਂ। ਅੱਜ 5 ਸਾਲ ਚ ਇਲੈਕਸ਼ਨ ਕਰਵਾ ਰਹੇ ਹਾਂ, ਕੱਲ ਆਪਾਂ 3 ਸਾਲ ਸ਼ਾਇਦ ਕਰਾਉਣ ਲੱਗ ਜੀ, ਜਾਂ 7 ਸਾਲ ਚ ਕਰਾਉਣ ਲੱਗ ਜੀ, ਕੁਛ ਵੀ। ਪਰ ਲੋਕ ਤਾਂ ਨਹੀਂ ਬਦਲਣ ਵਾਲੇ। ਲੋਕ ਤਾਂ ਆਪਾਂ ਭਾਰਤੀ ਰਵਾਂਗੇ, ਆਪਣਾ ਜ਼ਮੀਨ ਵੀ ਆਹੀ ਰਹੂਗੀ, ਆਪਣਾ ਸੱਭਿਆਚਾਰ ਵੀ ਆਹੀ ਰਹੂਗਾ। ਥੋੜਾ ਥੋੜਾ ਬਦਲਾਵ ਆਉਂਦਾ, ਪਰ ਸੱਭਿਆਚਾਰ ਤਾਂ ਵੀ ਸਾਰੇ ਦੇਸ਼ ਦਾ ਤਾਂ ਇੱਕੋ ਹੀ ਰਹਿੰਦਾ ਨਾ। ਤਾਂ ਇਹ ਇੱਕ ਚੀਜ਼ ਜਿਹੜੀ ਹੈ ਉਹ ਇੱਕ ਸਥਾਈ ਹੈ, ਇਹ ਕਿਤੇ ਨਹੀਂ ਜਾਂਦੀ, ਇਹ ਪਰਮਾਨੈਂਟ ਹੈ, ਇਹਨੇ ਇੱਥੇ ਹੀ ਰਹਿਣਾ ਹੈ। ਜਿਹੜੀ ਸਰਕਾਰ ਹੈ, ਸਰਕਾਰ ਸਿਰਫ ਕੰਮ ਕਰਦੀ ਹੈ ਸਟੇਟ ਨੂੰ ਚਲਾਉਣ ਦਾ, ਪਰ ਸਰਕਾਰ ਲਗਾਤਾਰ ਬਦਲ ਸਕਦੀ ਹੈ, ਇਸ ਕਾਰਨ ਉਹਨੂੰ ਆਪਾਂ ਅਸਥਾਈ ਕਹਿੰਦੇ ਆ ਕਿ ਇਹ ਤਾਂ ਟੈਂਪਰੇਰੀ ਹੈ, ਕਦੀ ਵੀ ਬਦਲੀ ਜਾ ਸਕਦੀ ਹੈ, ਇਹ ਤਾਂ ਕੁਝ ਟਾਈਮ ਲਈ ਹੈ, ਆਹ ਚੀਜ਼ ਨਹੀਂ ਬਦਲੇਗੀ। ਤਾਂ ਇਸੇ ਲਈ ਆਪਾਂ ਆਹ ਦੋ ਚੀਜ਼ਾਂ ਲਿਖਦੇ ਹਾਂ ਕਿ ਪੂਰੇ ਰਾਜ, ਪੂਰੇ ਭਾਰਤ ਦਾ ਜਿਹੜਾ ਹੈਡ ਹੈ ਉਹ ਹੈਗਾ ਰਾਸ਼ਟਰਪਤੀ, ਪੂਰੇ ਭਾਰਤ ਦਾ। ਇਸੇ ਲਈ ਭਾਰਤ ਵਿੱਚ ਸਿਰਫ ਇੱਕੋ ਗੱਡੀ ਹੈ ਜਿਹਨੂੰ ਨੰਬਰ ਪਲੇਟ ਨਹੀਂ ਲੱਗਦੀ, ਉਹ ਰਾਸ਼ਟਰਪਤੀ ਦੀ ਗੱਡੀ ਨੂੰ। ਉਹਦੀ ਜਗ੍ਹਾ ਉਹਨਾਂ ਦੀ ਗੱਡੀਆਂ ਤੇ ਨਾ ਭਾਰਤ ਦਾ ਜਿਹੜਾ ਐਂਬਲਮ ਹੈ ਉਹ ਲੱਗਿਆ ਹੁੰਦਾ, ਜਿਹੜਾ ਆਪਣੇ 3 ਲਾਇਨਸ ਤੇ ਉਹਦੇ ਨਾਲ ਸਾਰਾ ਬਣਿਆ ਹੋਇਆ ਉਹ ਲੱਗਿਆ, ਠੀਕ ਹੈ। ਪ੍ਰਧਾਨ ਮੰਤਰੀ ਦੀ ਗੱਡੀਆਂ ਤੇ ਵੀ ਨੰਬਰ ਪਲੇਟ ਹੁੰਦੀ ਹੈ, ਕਿਉਂਕਿ ਉਹ ਸਿਰਫ ਸਰਕਾਰ ਚਲਾ ਰਹੇ, ਇਹ ਪੂਰੇ ਦੇਸ਼ ਦੇ ਹੈਡ ਹੈ। ਪਰ ਆਪਾਂ ਇਸ ਬੰਦੇ ਨੂੰ ਹੋਰ ਕੋਈ ਤਾਕਤ ਨਹੀਂ ਦਿੱਤੀ, ਇਹ ਸਿਰਫ ਇੱਕ ਨਾਮ ਦੇ ਤੌਰ ਤੇ ਬਸ ਇੱਕ ਪੋਜੀਸ਼ਨ ਦੇਤੀ ਹੈ ਕਿ ਤੁਸੀਂ ਪੂਰੇ ਭਾਰਤ ਦੇ ਹੈਡ ਹੋ। ਪਰ ਕੱਲ ਇਹ ਬੰਦਾ ਆਪਣੇ ਆਪ ਨੂੰ ਸੱਚੀ ਨਾ ਦੇਸ਼ ਦਾ ਪ੍ਰਧਾਨ ਬਣਾ ਲੇ, ਠੀਕ ਹੈ, ਇਸ ਕਾਰਨ ਆਪਾਂ ਇਹਨੂੰ ਜ਼ਿਆਦਾ ਪਾਵਰ ਨਹੀਂ ਦਿੱਤੀਆਂ। ਆਪਾਂ ਪ੍ਰਧਾਨ ਮੰਤਰੀ ਤੇ ਬਾਕੀ ਜਿਹੜੇ ਮੰਤਰੀ ਆ ਉਹਨਾਂ 'ਚ ਪਾਵਰਾਂ ਵੰਡਤੀਆਂ, ਤਾਂ ਹੀ ਜਿਹੜੇ ਆਪਣੇ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਹੁੰਦੇ ਆ ਤੇ ਸਟੇਟ ਦੇ ਅੰਦਰ ਚੀਫ ਮਿਨਿਸਟਰ ਤੇ ਬਾਕੀ ਮਿਨਿਸਟਰ ਹੁੰਦੇ, ਇਹਨਾਂ 'ਚ ਪਾਵਰਾਂ ਵੰਡੀਆਂ ਹੋਈਆਂ। ਇੱਕ ਬੰਦੇ ਦੀ ਜਗ੍ਹਾ ਬਹੁਤ ਸਾਰੇ ਬੰਦਿਆਂ ਨੂੰ ਪਾਵਰ ਦੇ ਦਿਓ। ਉਹਨਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਸੈਂਟਰ ਵਿੱਚ ਤੇ ਸਟੇਟ ਵਿੱਚ ਮੁੱਖ ਮੰਤਰੀ ਹੁੰਦਾ, ਬਾਕੀ ਪਰ ਬਾਕੀਆਂ 'ਚ ਵੀ ਇਹ ਪਾਵਰ ਵੰਡੀ ਹੋਈ ਹੈ। ਇਸੇ ਲਈ ਆਪਾਂ ਕਹਿ ਦਿੰਦੇ, ਕਿਉਂਕਿ ਦੇਖੋ ਇਹਦੇ ਕੋਲ ਕੋਈ ਪਾਵਰ ਤਾਂ ਹੈ ਨਹੀਂ ਭਾਰਤ ਵਿੱਚ, ਇਸ ਲਈ ਆਪਾਂ ਇਹਨੂੰ ਕਹਿ ਦਿੰਦੇ ਸਿਰਫ ਨਾਮ ਮਾਤਰ ਪ੍ਰਧਾਨ ਹੈ, ਬਸ ਨਾਮ ਦਾ ਹੀ ਪ੍ਰਧਾਨ ਹੈ, ਠੀਕ ਹੈ, ਕਲੀਅਰ ਹੈ। ਤੇ ਇਹਨੂੰ ਇਹ ਪੋਜੀਸ਼ਨ ਮਿਲੀ ਹੈ ਕਾਨੂੰਨੀ, ਸਿਰਫ ਕਹਿਣ ਲਈ ਕਾਨੂੰਨ ਦੇ ਤੌਰ ਤੇ ਇਹ ਪ੍ਰਧਾਨ ਹੈ। ਅਸਲੀ ਤਾਕਤ ਇੱਥੇ ਆ, ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਹੈ ਇਹ ਅਸਲੀ ਪ੍ਰਧਾਨ ਹੈ, ਠੀਕ ਹੈ। ਤੇ ਇਹਦੇ ਕੋਲ ਜਿਹੜੀ ਸ਼ਕਤੀ ਹੈ ਉਹ ਹਕੀਕੀ ਹੈ, ਅਸਲੀ ਵਿੱਚ ਇਹਦੇ ਕੋਲ ਹੈ। ਤਾਂ ਫਿਰ ਆਪਣਾ ਹੁਣ ਸੰਸਦੀय ਸਿਸਟਮ ਕਿੱਦਾਂ ਆ ਗਿਆ? ਦੇਖੋ ਜੇ ਆਪਾਂ ਸਿਸਟਮ ਇਦਾਂ ਬਣਾਇਆ, ਜਿਹੜਾ ਪ੍ਰਧਾਨ ਮੰਤਰੀ ਹੈ ਨਾ, ਪ੍ਰਧਾਨ ਮੰਤਰੀ ਨੂੰ ਆਪਣੀ ਸੰਸਦ ਕੰਟਰੋਲ ਕਰਦੀ ਹੈ, ਠੀਕ ਹੈ। ਇਹ ਜੋ ਹੈ ਸੰਸਦ ਦੁਆਰਾ ਨਿयंत्रित ਸੰਸਦ ਇਹਨਾਂ ਨੂੰ ਕੰਟਰੋਲ ਕਰਦੀ ਹੈ। ਆਪਾਂ ਆਉਣ ਵਾਲੇ ਲੈਕਚਰਸ ਵਿੱਚ ਪੜਾਂਗੇ ਡਿਟੇਲ ਵਿੱਚ, ਹਜੇ ਲਈ ਸਿਰਫ ਇਸ ਚੀਜ਼ ਨੂੰ ਯਾਦ ਰੱਖ ਲਓ ਕਿ ਜਿਹੜੀ ਆਪਣੀ ਪਾਰਲੀਮੈਂਟ ਹੈ ਉਹ ਆਪਣੇ ਪ੍ਰਾਈਮ ਮਿਨਿਸਟਰ ਨੂੰ ਕੰਟਰੋਲ ਕਰਦੀ ਹੈ, ਜਿਹੜੀ ਆਪਣੀ ਸੰਸਦ ਹੈ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕੰਟਰੋਲ ਕਰਦੀ ਹੈ, ਉਹਦੇ ਉੱਤੇ ਪੂਰਾ ਕਿ ਉਹ ਕੀ ਕੰਮ ਕਰ ਸਕਦੇ ਕਿ ਨਹੀਂ। ਅਮਰੀਕਾ ਵਿੱਚ ਇਦਾਂ ਨਹੀਂ ਹੈ।
अमरीका का जिहड़ा राष्ट्रपति है ना, वो आदमी राज देते सरकार दोनों का मुखी है, सरकार का मुखी और दोनों का मुखी है, ठीक है। ते वो संसद जिहड़ी अमरीका की संसद, अमरीका विच भी संसद है, ਉਹਦੇ ਬਾਰੇ कोई जिम्मेवारी नहीं रखता, वो जो करना चाहता वो कर सकता है। अपने इत्थे नहीं है। अपना जो राष्ट्रपति है, चलो एक छोटी गल दस देना हजे ली, अगले लेक्चर च आप डिटेल्स करांगे। अपना जो राष्ट्रपति है वो उही काम करता है जो उन्होंने प्रधानमंत्री ते बाकी मंत्री कहते हैं, तो ये सारे अपनी संसद कंट्रोल करती है, तो इस कारण पावर संसद को रहेगी, ठीक है। ये अगे अगले लेक्चर आप हुण इस बाद भारत की पूरी सेंटर सरकार बनती किदां की हुंदा वो आप हौली हौली बनाना शुरू करांगे, तो वो चीज मैं उत्थे ही दसूंगा। जिम्मेवार नहीं है, ठीक है, वो संसद प्रति जिम्मेवार नहीं है, तो इत्थे वो संसद प्रति जिम्मेवार है। ये सब तो वड्डे इत्थे फर्क आ गए। क्लियर है? कोई भी डाउट इत्थे तक होवे तो प्लीज कमेंट करके पूछो, तो किसी भी तरीके नाल होर लेक्चर्स नूं वधिया बना सकीए, वो भी पुछ दस्सिओ सानू जरूर। ते ਇਹਦੇ ਇਲਾਵਾ ਜੇ ਤੁਸੀਂ ਇਹਨੂੰ YouTube ਤੇ ਦੇਖ ਰਹੇ ਹੋ, ਪਲੀਜ਼ WhatsApp ਤੇ ਵੈਬਸਾਈਟ ਤੇ ਜਾ ਕੇ, ਨੀਚੇ ਡਿਸਕ੍ਰਿਪਸ਼ਨ ਚ ਵੈਬਸਾਈਟ ਤੇ ਜਾ ਕੇ ਉੱਥੇ ਫ੍ਰੀ ਰਜਿਸਟ੍ਰੇਸ਼ਨ ਕਰਕੇ ਤੁਸੀਂ ਇਸ ਚੀਜ਼ ਦੀ ਸਾਰੀ ਤਿਆਰੀ ਸ਼ੁਰੂ ਕਰੋ, ਤਾਂ ਕਿ ਅਸੀਂ ਤੁਹਾਡੀ ਹੋਰ ਮਦਦ ਕਰ ਸਕੀਏ, ਜਿੱਥੇ ਤੁਹਾਨੂੰ ਟੈਸਟ ਸੀਰੀਜ਼ ਸਭ ਕੁਝ ਵੀ ਦੇ ਪਾਵਾਂਗੇ। ਇੱਥੇ ऑब्वियसली यूट्यूब ਤੇ ਅਸੀਂ ਟੈਸਟ ਸੀਰੀਜ਼ ਨਹੀਂ ਦੇ ਪਾਵਾਂਗੇ, ਉੱਥੇ ਉਹ ਵੀ ਫ੍ਰੀ ਆਫ ਕਾਸਟ ਹੈ, ਕੋਈ ਪੈਸੇ ਨਹੀਂ ਹੈ ਉਹਦੇ ਵੀ। ਜੋ ਰਜਿਸਟਰ ਕਰੋਗੇ ਜਿਹੜੇ ਦਿਨ ਤੇ शेड्यूल के अंदर जी टेस्ट सीरीज इतने लिखी है उत्थे होंदी जाऊगी, पूरे साल 217 दिन टेस्ट सीरीज के नाल आपां सारी प्रीलिम्स ते मेन्स की तैयारी कर जाएंगे, ठीक है। तो हुण कोई कोचिंग कुछ ज्वाइन करने की लोड़ नहीं, सब कुछ इत्थे ही कवर होगा। राज दे मुखी हुण ਇਹ ਨਹੀਂ ਲਿਖਣਾ ਸੀ ਪਹਿਲਾਂ, ਪਹਿਲਾਂ ਗੱਲ ਦੱਸਣੀ ਸੀ, ਬੋਲਦੇ ਬੋਲਦੇ ਇਹ ਚ ਆ ਗਿਆ। ਹੁਣ ਦੇਖੋ ਆਪਾਂ ਅਮਰੀਕਾ ਤੇ ਭਾਰਤ ਵਿੱਚ ਕੀ ਫਰਕ ਹੈ ਆਪਾਂ ਉਹ ਪੜਿਆ, ਹੁਣ ਆਪਾਂ ਯੂਕੇ ਤੇ ਭਾਰਤ ਵਿੱਚ ਕੀ ਫਰਕ ਹੈ ਇਸ ਚੀਜ਼ ਨੂੰ ਆਪਾਂ ਪੜ੍ਹਦੇ ਹਾਂ। ਦੇਖੋ ਆਪਾਂ ਦੋ ਤਰੀਕੇ ਦੀ ਇੱਥੇ ਫੇਰ ਹੁਣ ਲੋਕਤੰਤਰ ਦੀ ਗੱਲ ਕਰੀਏ, ਇੱਕ ਹੈ ਰਾਜਸ਼ਾਹੀ ਲੋਕਤੰਤਰ, एक पासे है रिपब्लिकन लोकतंत्र। हुण ये दोनों फर्क की है। देखो कल आप जो सिस्टम पढ़िया सी, कल मैं थोड़ा दसिया सी कि राजशाही ते लोकतंत्र बिल्कुल अड अड सिस्टम है। अज मैं चक के दोनों वर्ड इकट्ठे लिखते, हुण एक ही गल बनी। देखो कल मैं थोड़ा ये भी दसिया सी जिहड़ा यूके का सिस्टम है थोड़ा जिहा इस गल नूं अनोखा है, जिहड़ा यूके का सिस्टम है इस गल नूं थोड़ा जिहा अनोखा है, क्योंकि यूके विच की है, यूके विच हजे भी राणी बैठी हुई है, बाकी देशों में हुण राणी नहीं रही। हुण होया कि यूके के अंदर सिस्टम चल किदां रहा कि देखो उत्थे राणी बैठी हुई, देखो उत्थे राजशाही ते लोकतंत्र दोनों है, किदां उत्थे राणी भी बैठी हुई है, ठीक है, जो एक तरीके नाल थोड़ी राजशाही गल होगी। क्यों राजशाही? क्योंकि अज राणी बैठी है, कल राणी दी जे डेथ भी हो जाती है तो उस तो बाद एक कुर्सी तां भी खानदानी चलती रहूगी, ठीक है, कुर्सी तां भी खानदानी चलती रहूगी। यह की है एक कुर्सी जिहड़ा एक परिवार है ये कोले ही रहूगी। अज राणी दी डेथ हो गई, कल ओदा कोई अगे बैठ जूगा, फिर कोई अगे। ये 100 सालों तो चलता आ रहा है,
ਤੇ ਅੱਗੇ ਵੀ ਚੱਲਦਾ ਰਹੂਗਾ। 400 ਸਾਲ ਤੋਂ ਜ਼ਿਆਦਾ ਹੋ ਗਏ ਆ ਤੇ ਉਹਦਾ ਚੱਲਦਾ ਆ ਰਿਹਾ, ਤੇ ਆਲਮੋਸਟ 400 ਸਾਲ ਹੋ ਗਏ, 300 ਤੋਂ ਜ਼ਿਆਦਾ ਹੋ ਗਏ ਆ, ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੂਗਾ। ਪਰ ਜੇ ਤੁਸੀਂ ਬਾਕੀ ਸਾਰਾ ਯੂਕੇ ਦੇਖੋਗੇ, ਬਾਕੀ ਸਾਰੇ ਬ੍ਰਿਟਨ ਦੀ ਪੋਲਿਟੀ ਦੇਖੋਗੇ, ਉੱਥੇ ਕੀ ਆ, ਰਾਣੀ ਨੂੰ ਸਲਾਹ ਦਿੰਦੇ ਆ ਪ੍ਰਧਾਨ ਮੰਤਰੀ ਉੱਥੋਂ ਦੇ, ਤੇ ਉਹਨਾਂ ਦਾ ਜਿੰਨਾ ਵੀ ਬਾਕੀ ਮਿਨਿਸਟਰਸ ਦਾ ਕਾਉਂਸਲ ਹੈ, ਉਹ ਸਲਾਹ ਦਿੰਦੇ ਆ। ਉਹਨਾਂ ਨੂੰ ਕੰਟਰੋਲ ਕਰਦੀ ਆ ਉਹਨਾਂ ਦੀ ਸੰਸਦ, ਜਿਨ੍ਹਾਂ ਨੂੰ ਚੁਣਦੇ ਆ ਉਹਨਾਂ ਦੇ ਨਾਗਰਿਕ, ਜਿੰਨੇ ਵੀ ਸਿਟੀਜ਼ਨ ਹੈ। ਇਹ ਜਿਹੜੀ ਸਾਰਾ ਦਾ ਸਾਰਾ ਸਿਸਟਮ ਹੈ, ਇਹ ਹੋਇਆ ਤੁਹਾਡਾ ਲੋਕਤੰਤਰ। ਠੀਕ ਹੈ, ਤੇ ਇੱਥੇ ਦੋਨੋਂ ਚੀਜ਼ਾਂ, ਬਸ ਇੱਥੇ ਜਿਹੜਾ ਸਭ ਤੋਂ ਉੱਤੇ ਵਾਲਾ ਆਫਿਸ ਹੈ ਨਾ, ਦੇਖੋ ਆਪਣੇ ਹੈਗਾ ਤਾਂ ਦੇਸ਼ ਵਿੱਚ ਸਭ ਤੋਂ ਉੱਤੇ ਰਾਸ਼ਟਰਪਤੀ ਹੈ ਨਾ, ਉਹਦੇ ਸਾਈਨ ਦੇ ਬਿਨਾ ਸੈਂਟਰ ਦੀ ਸਰਕਾਰ ਨਹੀਂ ਚੱਲ ਸਕਦੀ, ਚਾਹੇ ਉਹਦੇ ਕੋਲੇ ਪਾਵਰ ਹੈਗੀ ਹੈ ਚਾਹੇ ਨਹੀਂ ਹੈ। ਸੇਮ ਯੂਕੇ ਦੇ ਅੰਦਰ ਵੀ ਹੈ ਕਿ ਰਾਣੀ ਦੇ ਸਾਈਨ ਦੇ ਬਿਨਾ ਕੁਝ ਨਹੀਂ ਹੋ ਸਕਦਾ, ਚਾਹੇ ਥੱਲੇ ਜਿੰਨੇ ਮਰਜ਼ੀ ਕੰਟਰੋਲ ਹੋਵੇ। ਤਾਂ ਇਹ ਜਿਹੜੀ ਆਪਾਂ ਦੋ ਹੈਡਿੰਗਸ ਲਿਖੀਆਂ ਨਾ, ਇਸੇ ਚੀਜ਼ ਨੂੰ ਇਹ ਰਿਪਰੈਜ਼ੈਂਟ ਕਰਦੀਆਂ ਕਿ ਜਿਹੜਾ ਰਾਜ, ਪੂਰੇ ਰਾਜ ਦਾ ਮੁਖੀ ਹੋਊਗਾ, ਰਾਜ ਦੇ ਮੁਖੀ, ਕਿ ਉਹ ਕੋਈ ਵੀ ਆਦਮੀ ਬਣ ਸਕਦਾ ਹੈ, ਆਦਮੀ ਔਰਤ, ਜਾਂ ਸਿਰਫ ਇੱਕੋ ਪਰਿਵਾਰ ਦੇ ਲੋਕ ਹੀ ਬਣਨਗੇ। ਜੇ ਤਾਂ ਇੱਕੋ ਪਰਿਵਾਰ ਦੇ ਲੋਕ ਹੀ ਬਣਨਗੇ, ਉਹਨੂੰ ਆਪਾਂ ਕਹਾਂਗੇ ਰਾਜਸ਼ਾਹੀ ਲੋਕਤੰਤਰ। ਟੌਪ ਆਫਿਸ ਦੇਖਣਾ, ਆਹ ਵਾਲਾ ਆਫਿਸ ਦੇਖਣਾ ਆਪਾਂ। ਹੁਣ ਇਸ ਸਾਈਡ ਦੇ ਐਗਜ਼ਾਮਪਲ ਵਿੱਚ ਆਪਾਂ ਜੇ ਦੇਖੀਏ, ਆਪਣੇ ਇਸ ਪਾਸੇ ਆ ਜਾਂਦਾ ਆਪਣਾ ਭਾਰਤ ਦੇਸ਼ ਵੀ ਆਪਣਾ, ਤੇ ਹੁਣ ਆਪਾਂ ਅਮਰੀਕਾ ਫੇਰ ਇਸ ਸਾਈਡ ਆ ਗਿਆ। ਹੁਣ ਆਪਣੇ ਅਮਰੀਕਾ ਤੇ ਭਾਰਤ ਵਿੱਚ ਇਹ ਚੀਜ਼ ਕਾਮਨ ਹੈ ਕਿ ਆਪਣੇ ਇੱਥੇ ਜਿਹੜਾ, ਚਾਹੇ ਆਪਣੇ ਰਾਸ਼ਟਰਪਤੀ ਕੋਲ ਪਾਵਰ ਨਹੀਂ ਹੈ, ਪਰ ਜੇ ਕੱਲ ਨੂੰ ਤੁਸੀਂ, ਮੈਂ ਜਾਂ ਕੋਈ ਵੀ ਭਾਰਤ ਦਾ ਨਾਗਰਿਕ ਰਾਸ਼ਟਰਪਤੀ ਬਣਨਾ ਚਾਹੇ, ਉਹ ਰਾਸ਼ਟਰਪਤੀ ਬਣ ਸਕਦਾ ਹੈ। ਕੋਈ ਵੀ प्रधान हो सकता है, कोई भी आदमी प्रधान बन सकता है, कोई भी अपना नागरिक प्रधान बन सकता है। ठीक है, बस जिन्नी मिनिमम क्वालिफिकेशन है कि 35 साल की उम्र होनी चाहिए है, ये सब कुछ वो अपने जे तुसीं क्वालीफाई करते हो, इलैक्शन में खड़े होने हो, जे जित जाते हो, बस बन गए। सेम उत्थे भी है। ठीक है, जिवें उत्थों दे हुणे जो बाइडन है, उस आज तक दे सब तो बजुर्ग अमरीकी राष्ट्रपति वो है, उन्हां तो वड्डी उम्र का अज तक कोई खड़ा नहीं होया, सब तो ज्यादा बजुर्ग हुई है। पहला डोनाल्ड ट्रंप सीगे, हुण उदों भी ज्यादा बजुर्ग जो बाइडन है। ठीक है, हुण बस अपने राष्ट्रपति ते अमरीका के राष्ट्रपति एक चीज का फर्क है, फर्क यह है कि चुने किद्दां जांदे आ। ठीक है, भारत ते अमरीका विच, भारत विच आपां असिद्धे तरीके से चुनते हैं, इनडायरैक्ट तरीके नाल चुनते हैं। अमरीका विच सीधे चुने जाते हैं थोड़े अमरीका के राष्ट्रपति। हुण इह फर्क ही है, असिद्धे तौर पर मतलब जिवें देखो हुणे कुछ टाइम पहला थोड़े इलैक्शन होके हटे आ राष्ट्रपति दे, थोनू एक आम आदमी नूं पता भी नहीं चलता जे वो न्यूज़ नहीं देखता कि राष्ट्रपति दे इलैक्शन हो भी गए, कदों होए, की होए, क्यों? क्योंकि कोई कैंपेनिंग ही नहीं हुंदी, कोई इदां दा कुछ नहीं, क्योंकि आम लोगों तो थोड़ी वोट मंगनी है। अपने इत्थे प्रधानमंत्री दे वोटां विच जो वोट कौन वोट पांदा है, वो पांदे जिहड़े अपने द्वारा चुने गए अपने MP ते MLA है ना, ये लोग वोट पांदे आ। आपां इन्हां नूं चुनिया, ये लोग राष्ट्रपति नूं चुनदे आ। ਤਾਂ ਇਸੇ ਕਾਰਨ ਆਪਣਾ ਕੋਈ ਇਹ ਚ ਰੋਲ ਨਹੀਂ ਆ ਅਸਿੱਧੇ ਤੌਰ ਤੇ, ਕਿਉਂਕਿ ਵਿੱਚ ਇੱਕ ਹੋਰ ਬੰਦਾ ਆ ਗਿਆ ਨਾ ਇਨਡਾਇਰੈਕਟ, ਫਿਰ ਤੋਂ ਹੋਗੀ ਡੈਮੋਕ੍ਰੇਸੀ। ਅਮਰੀਕਾ ਵਿੱਚ ਉਹ ਆਪਣੇ ਰਾਸ਼ਟਰਪਤੀ ਨੂੰ ਡਾਇਰੈਕਟਲੀ ਚੁਣਦੇ ਆ। ਆਪਣੇ ਇੱਥੇ ਅਸਿੱਧਾ ਕਿਉਂ ਕੀਤਾ ਹੋਇਆ ਕਿ ਆਪਾਂ ਲੋਕ ਡਾਇਰੈਕਟਲੀ ਕਿਉਂ ਚੁਣਦੇ? ਕਿਉਂਕਿ ਦੇਖੋ ਫालतू ਚ ਖਰਚਾ ਹੋਣਾ ਸੀ। ਆਪਣੇ ਕਿਹੜੇ ਰਾਸ਼ਟਰਪਤੀ ਨੂੰ ਕੋਈ ਤਾਕਤ ਦਿੱਤੀ ਹੋਈ ਹੈ? ਚੱਲਦਾ ਤਾਂ ਉਹੀ ਕਹਿਣ ਤੇ ਜੋ ਪ੍ਰਧਾਨ ਮੰਤਰੀ ਤੇ ਬਾਕੀ ਸਾਰੇ ਮੰਤਰੀ ਕਹਿਣਗੇ। ਇਸੇ ਕਾਰਨ ਪੈਸੇ ਨਾ ਬਰਬਾਦ ਹੋਣ, ਇਸ ਕਾਰਨ ਉੱਥੇ ਉਹਨਾਂ ਕੋਲੇ ਪਾਵਰ ਹੈ, ਇਸੇ ਲਈ ਲੋਕਾਂ ਨੂੰ ਚੁਣਨ ਦਾ ਅਧਿਕਾਰ ਦਿੱਤਾ ਕਿ ਉਹ ਕਿਹਨੂੰ ਚਾਹੁੰਦੇ ਕਿ ਉਹਨਾਂ ਰਾਸ਼ਟਰਪਤੀ ਕੌਣ ਬਣੇ। ਇਸ ਤਰੀਕੇ ਨਾਲ ਸਾਰਾ ਦਾ ਸਾਰਾ ਸਿਸਟਮ ਹੈ। ਠੀਕ ਹੈ, ਹੁਣ ਗੱਲ ਕਰਦੇ ਹਾਂ ਕਿ ਇੱਕ ਲੋਕਤੰਤਰ ਕਿੱਦਾਂ ਦਾ ਦਿਖਣਾ ਚਾਹੀਦਾ ਹੈ।
एक लोकतंत्र की गल करा, देखो पहला थोड़ा एग्जाम्पल देना दो देशों के, एक है थोड़ा चीन ते एक है थोड़ा पाकिस्तान, कि ये दोनों देश लोकतंत्र हैगे आ? पाकिस्तान। हुण चीन ते पाकिस्तान विच फर्क की आ कि ਜਿਹੜਾ ਚੀਨ ਹੈ, ਹੁਣ ਸਭ ਤੋਂ ਪਹਿਲਾਂ ਚੀਨ ਦੀ ਗੱਲ ਕਰੀਏ, ਦੇਖੋ ਚੀਨ ਵਿੱਚ ਜਿਹੜੀ ਉਹਨਾਂ ਦੀ ਰੂਲਿੰਗ ਪਾਰਟੀ ਹੈ, ਜਿਹੜੀ ਉੱਥੇ ਰਾਜ ਕਰ ਸਕਦੀ ਹੈ ਨਾ, ਚੀਨ ਨੇ ਇਦਾਂ ਦਾ ਸਿਸਟਮ ਬਣਾਇਆ ਕਿ ਤੁਸੀਂ ਇਲੈਕਸ਼ਨਸ ਵਿੱਚ ਖੜੇ ਹੋ ਸਕਦੇ ਹੋ, ਆਪਣੀ ਖੁਦ ਦੀ ਪਾਰਟੀ ਬਣਾ ਸਕਦੇ ਹੋ, ਪਰ ਤੁਹਾਡੀ ਪਾਰਟੀ ਜਿੱਤ ਨਹੀਂ ਸਕਦੀ। ਚੀਨ ਦੀ ਸਿਰਫ, ਚੀਨ ਦੇ ਅੰਦਰ ਉਹਨਾਂ ਦੀ ਕਮਿਊਨਿਸਟ ਪਾਰਟੀ ਐਗਜ਼ਿਸਟ ਕਰਦੀ ਹੈ, ਸਿਰਫ ਕਮਿਊਨਿਸਟ ਪਾਰਟੀ ਦੇ ਲੋਕ ਹੀ ਜਿੱਤ ਕੇ ਸਰਕਾਰ ਬਣਾ ਸਕਦੇ ਆ। ਤਾਂ ਇਹ ਕਿੱਦਾਂ ਦੀ ਇਲੈਕਸ਼ਨ ਹੋਏ ਜਿੱਥੇ ਪਤਾ ਹੈ ਕਿ ਹੋਰ ਕੋਈ ਜਿੱਤ ਨਹੀਂ ਸਕਦਾ, ਸਿਰਫ ਜਿਹੜੀ ਆ ਪਾਰਟੀ ਦੇ ਲੋਕ ਆ ਉਹੀ ਜਿੱਤਣਗੇ, ਤਾਂ ਇਹ ਫਿਰ ਕਿੱਦਾਂ ਦਾ ਲੋਕਤੰਤਰ ਹੋਇਆ? ਤਾਂ ਚੀਨ ਕਹਿਣ ਨੂੰ ਲੋਕਤੰਤਰ ਹੈ, ਪਰ ਅਸਲੀ ਚ ਕੋਈ ਵੀ ਲੋਕਤੰਤਰ ਨਹੀਂ ਹੈ, ਕਿਉਂਕਿ ਤੁਸੀਂ ਹੋਰ ਕੋਈ ਵੀ ਪਾਰਟੀ ਬਣਾ ਹੀ ਨਹੀਂ ਸਕਦੇ। ਠੀਕ ਹੈ, ਮਤਲਬ ਪਾਰਟੀ ਬਣਾ ਵੀ ਲਓਗੇ, ਜਿੱਤ ਨਹੀਂ ਸਕਦੇ। ਠੀਕ ਹੈ, ਇਸੇ ਲਈ ਚੀਨ ਦੀ ਇਹੀ ਪ੍ਰੋਬਲਮ ਵੀ ਹੈ ਕਿ ਚੀਨ ਵਿੱਚ ਇਸੇ ਲਈ ਉਹ ਡੈਮੋਕ੍ਰੇਸੀ ਨਹੀਂ ਹੈ, ਕਿਉਂਕਿ ਉੱਥੇ ਇੱਕ ਪਾਰਟੀ ਦਾ ਹੀ ਰਾਜ ਹੈ। ਜਿਹੜੇ ਵੀ ਦੇਸ਼ ਇੱਕੋ ਹੀ ਬੰਦਾ ਵਾਰ-ਵਾਰ ਜਿੱਤੀ ਜਾਊਗਾ, ਇੱਕੋ ਹੀ ਪਾਰਟੀ ਵਾਰ-ਵਾਰ ਜਿੱਤੀ ਜਾਊਗੀ, ਉਹ ਕਿਸ ਤਰੀਕੇ ਦੀ ਲੋਕਤੰਤਰ ਹੋਇਆ? ਫਿਰ ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰੀਏ, ਦੇਖੋ ਪਾਕਿਸਤਾਨ ओरिजिनली मुहम्मद अली जिन्ना बनाना तो उन्होंने लोकतंत्र ही चाहते सी, पर साल डेढ़ साल च उन्होंने मौत हो गई। उस तो बाद पाकिस्तान के अंदर जो सब तो ज़्यादा शक्तिशाली चीज़ निकल के आई है ना, वो हैगी आ उन्हां दी राजनीति विच उन्हां दी फौज। उन्हें राजनीति विच फौज ही राज करती है, फौज दे कहे बिना कुछ नहीं हुंदा उत्थे। ठीक है, यह इस हद तक सही है कि आज तक जिन्ने भी पाकिस्तान के अंदर PM रहे हैं, प्रधानमंत्री रहे हैं, उन्होंने विचों एक बंदे ने भी 5 साल नहीं पूरे किए, उस तो पहला ही उसकी कुर्सी गिर जाती है। क्यों? एक कोई भी इदां दी पॉलिसी बनाने नूं आंदे जिहड़ी फौज ना पसंद होवे, फौज नाल दी नाल हटा दिंदी है, इन्होंने कुछ ना कुछ करके फौज हटा दिंदी है। इमरान खान नूं चक के बाहर मारिया, इदां करदी आए। उस तो पहले नवाज शरीफ नूं चक के बाहर मारिया सी, जेल च भी पाता सी, ਉਹਦਾ नवाज शरीफ भज गया बाद ਮੈਡੀਕਲ ਗਰਾਊਂਡਸ ਦੇ ਬਹਾਨੇ, ਪਰ ਹੋਇਆ ਤਾਂ ਇਹੀ ਸੀ। ਤੇ ਇਸੇ ਤਰੀਕੇ ਨਾਲ ਉਹ ਇਦਾਂ ਦੀ ਸਰਕਾਰਾਂ ਦਾ ਕੰਮ ਹੈ ਉਹਨਾਂ ਦਾ। ਤੇ ਇਸ ਕਾਰਨ ਜਿੱਥੇ ਫੌਜ ਅਸਲੀ ਪਾਵਰ ਹੋਲਡ ਕਰ ਰਹੀ ਹੈ ਤੇ ਲੋਕਾਂ ਦੇ ਦੁਆਰਾ ਚੁਣੇ ਗਏ ਲੋਕ ਨਹੀਂ, ਉਹ ਵੀ ਇੱਕ ਲੋਕਤੰਤਰ ਨਹੀਂ ਹੋ ਸਕਦਾ। ਠੀਕ ਹੈ, ਭਾਰਤ ਦੀ ਫੌਜ, ਆਪਣੇ ਭਾਰਤ ਦੀ ਫੌਜ ਵੀ ਬਹੁਤ ਸਿਆਣੀ ਹੈ, ਜੋ ਲੋਕਤੰਤਰ ਨੂੰ ਸਮਝਦੀ ਹੈ। ਤੇ ਇਸੇ ਕਾਰਨ ਜੋ ਵੀ ਪੋਲੀਟੀਕਲ ਵਿਲ ਹੁੰਦੀ ਹੈ, ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ, ਆਪਣੀ ਫੌਜ ਮੰਨਦੀ ਹੈ ਉਸ ਕਰਨ ਨੂੰ। ਠੀਕ ਹੈ, ਜੋ ਇੱਕ ਲੋਕਤੰਤਰ ਲਈ ਚੰਗੀ ਗੱਲ ਹੈ। ਹੁਣ ਅਗਲੇ ਹੁਣ ਕੁਝ ਸਿਸਟਮ ਆਪਾਂ ਪੜ੍ਹਦੇ ਹਾਂ, ਕਿਸ ਕਿਸ ਚੀਜ਼ ਨਾਲ ਆਪਣੀ ਡੈਮੋਕ੍ਰੇਸੀ ਬਣਦੀ ਹੈ। ਸਭ ਤੋਂ ਪਹਿਲਾਂ यूनिवर्सल बालक फ्रेंचाइज, जिन्हें आप इंग्लिश कहने हैं यूनिवर्सल एडल्ट फ्रेंचाइज। ਹੁਣ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਕਿ ਦੇਖੋ ਜਿੰਨੇ ਵੀ ਆਪਣੇ ਨਿਵਾਸੀ ਆ ਆਪਣੇ ਪੂਰੇ ਭਾਰਤ ਦੇ, ਜਿਵੇਂ ਹੀ ਉਹ ਅਡਲਟ ਬਣ ਗਏ, 18 ਸਾਲ ਤੋਂ ਉੱਤੇ ਦੀ ਉਹਨਾਂ ਦੀ ਉਮਰ ਹੋ ਜੂਗੀ, ਉਹਨਾਂ ਨੂੰ ਆਪਣੇ ਆਪ ਵੋਟਿੰਗ ਦਾ ਜਿਹੜਾ ਹੈਗਾ ਉਹ ਹੱਕ ਮਿਲ ਜਾਣਾ ਚਾਹੀਦਾ ਬਿਨਾਂ ਮੰਗੇ। ਤਾਂ ਜਿਹੜਾ ਵੀ ਬੰਦਾ ਆਪਣੇ ਅੰਡਰ ਤੁਸੀਂ ਬਹੁਤ ਕੋਈ ਸੀਰੀਅਸ ਕ੍ਰਾਈਮ ਨਹੀਂ ਕੀਤਾ ਜਾਂ ਤੁਸੀਂ ਦਿਮਾਗੀ ਤੌਰ ਤੇ ਫਿੱਟ ਨਹੀਂ ਹੋ, ਤੇ ਕੋਰਟ ਨੇ ਕਹਿਤਾ ਇਦਾਂ, ਹੋਰ ਕਿਸੇ ਤੋਂ ਵੀ ਵੋਟਿੰਗ ਦਾ ਰਾਈਟ ਨਹੀਂ ਖੋਇਆ ਜਾਂਦਾ। 18 ਸਾਲ ਦੀ ਉਮਰ 'ਚ ਆਪਣੇ ਆਪ ਹੀ ਵੋਟਿੰਗ ਦਾ ਰਾਈਟ ਹਰੇਕ ਬੰਦੇ ਨੂੰ ਆਪਣੇ ਤੇ ਮਿਲਦਾ, ਯੂਨੀਵਰਸਲ ਸਭ ਨੂੰ ਮਿਲਣਾ ਚਾਹੀਦਾ, ਜਿਹੜਾ ਵੀ 18 ਦਾ ਹੋ ਗਿਆ। ਠੀਕ ਹੈ, ਤਾਂ ਆਪਾਂ ਇਹਦੀ ਇੱਥੇ ਡੈਫੀਨੇਸ਼ਨ ਲਿਖ ਦਿੰਦੇ ਹਾਂ, ਹਰ ਨਿਵਾਸੀ ਬਾਲਗ ਨੂੰ
बिना ਉਹਦਾ ਧਰਮ ਦੇਖੇ ਨੂੰ ਧਰਮ, ਜਾਤ, ਜਾਤੀ, ਲਿੰਗ ਤੇ ਵਿਚਾਰ ਕੀਤੇ ਬਿਨਾ ਵੋਟ ਪਾਉਣ ਦਾ अधिकार। ठीक है, तो इस तरीके ना ये चीज तो देखो हुण सीगा कि हुण अपना 1950 तो लेके 1989 तक ना हुण आपां ये चीज ते डिपेंड करदा कि आपां बालग एडल्ट किहनूं मंनदे हैं। अपने 1950 ਜਦੋਂ ਆਪਾਂ ਆਪਣਾ ਸੰਵਿਧਾਨ ਲਾਗੂ ਕੀਤਾ, ਕਨਸਟੀਟਿਊਸ਼ਨ ਲਾਗੂ ਕੀਤਾ, ਉਹ ਤੋਂ ਲੈ ਕੇ 1989 ਤੱਕ ਆਪਾਂ ਕੋਈ ਵੀ ਜੋ 21 ਸਾਲ ਉਮਰ ਦਾ ਸੀਗਾ ਨਾ ਉਹਨੂੰ ਕਹਿੰਦੇ ਸੀ ਕਿ ਸਿਰਫ ਉਹਨੂੰ VOTING ਦਾ ਹੱਕ, ਉਦੋਂ ਥੱਲੇ ਨਹੀਂ ਸੀ, ਉਦੋਂ ਆਪਾਂ 21 ਸਾਲ ਰੱਖੇ ਹੋਏ ਸੀ। ਫਿਰ ਆਪਾਂ 1989 ਵਿੱਚ ਆਪਣੇ ਸੰਵਿਧਾਨ ਵਿੱਚ ਸੋਧ ਕਰਕੇ ਸੰਵਿਧਾਨ ਵਿੱਚ ਬਦਲਾਵ ਕੀਤੇ। ਇਹ ਯਾਦ ਰੱਖਿਓ 61st ਨੰਬਰ ਦਾ ਸੋਧ ਸੀਗਾ, ਚੇਂਜ ਕੀਤਾ ਗਿਆ ਸੀ। ਇਹ ਨੰਬਰ ਯਾਦ ਕਰਨੇ ਪੈਂਦੇ ਆ ਪੋਲਿਟੀ ਦੇ ਅੰਦਰ। ਸੰਵਿਧਾਨਕ ਸੋਧ ਸਾਲ ਦੇ ਨਾਲ 1989, ਇਹਦੇ ਨਾਲ ਆਪਾਂ ਉਮਰ ਘਟਾ ਕੇ 18 ਸਾਲ ਕਰਤੀ। ਠੀਕ ਹੈ, ਤੇ ਹੁਣ ਅੱਗੇ ਹਜੇ ਵਿਚਾਰ ਕੀਤਾ ਜਾ ਰਿਹਾ, ਇਹ ਹਜੇ ਫਾਈਨਲ ਨਹੀਂ ਹੈ। ਹੁਣ ਹਜੇ ਲਈ 18 ਸਾਲ ਦਾ ਜੋ ਵੀ ਹੋਊਗਾ, 18 ਸਾਲ ਤੋਂ ਉੱਤੇ ਜਿੰਨੇ ਵੀ ਲੋਕ, ਸਾਰਿਆਂ ਨੂੰ VOTING ਦਾ ਰਾਈਟ ਹੈ। ਦੇਖੋ 21 ਸਾਲ ਤੋਂ 18 ਸਾਲ ਕਿਉਂ ਕੀਤੀ ਕਿ ਜਿਹੜੇ ਆਪਾਂ ਹੋਰ ਲੋਕਾਂ ਨੂੰ ਵੀ VOTING ਦਾ ਰਾਈਟ ਦੇ ਸਕੀਏ। ਜਿਹੜੇ 20, 19 ਤੇ 18 ਸਾਲ ਦੇ ਸੀ ਉਹ ਪਹਿਲਾਂ ਵੋਟ ਨਹੀਂ ਪਾ ਰਹੇ ਸੀ, ਹੁਣ ਉਹ ਵੀ ਪਾ ਪਾਣਗੇ, ਤਾਂ ਹੋਰ ਜ਼ਿਆਦਾ ਲੋਕੀ ਵੋਟ ਪਾਣ ਲੱਗੇ ਨਾ। ਹੁਣ ਆਪਣਾ ਅੱਗੇ ਪ੍ਰਪੋਜ਼ਲ ਹੈ, ਅੱਗੇ ਆਪਾਂ ਹਜੇ ਸੁਝਾਵ ਲੈ ਕੇ ਆਏ ਹਾਂ, ਹਜੇ ਸੁਝਾਵ ਹੈ, ਇਹ ਹਜੇ ਪੱਕਾ ਨਹੀਂ ਹੋਇਆ ਕਿ ਆਪਾਂ VOTING ਦੀ ਉਮਰ ਹੋਰ ਘਟਾ ਕੇ 16 ਸਾਲ ਕਰ ਦੀ। ਫਿਰ ਜਿਹੜਾ ਵੀ 16 ਸਾਲ ਦਾ ਹੋ ਜਾਊਗਾ ਉਦੋਂ ਬਾਅਦ ਉਹਨੂੰ VOTING ਦਾ ਹੱਕ ਮਿਲ ਜਾਊਗਾ। ਅਗਲੀ ਜਿਹੜੀ ਚੀਜ਼ ਹੈ ਆਪਣਾ ਪਹਿਲਾ ਹੋਇਆ, ਦੂਜੀ ਜਿਹੜੀ ਚੀਜ਼ ਹੈ ਉਹ ਹੈਗੀ ਹੈ ਇੱਕ ਵੋਟ ਇੱਕ ਮੁੱਲ। ਹੁਣ ਇਹਦਾ ਕੀ ਮਤਲਬ ਹੈ? ਦੇਖੋ ਹੁਣ ਦੋ ਬੰਦੇ ਆ, ਮੰਨ ਲਓ A ਤੇ B। ਜੇ ਇਹ ਬੰਦਾ ਕਿਸੇ ਧਰਮ ਨੂੰ ਬਿਲੋਂਗ ਕਰਦਾ, ਆਪਾਂ ਕਹਿ ਦਿੰਦੇ XYZ ਧਰਮ ਨੂੰ ਬਿਲੋਂਗ ਕਰਦਾ, ਜਿਹੜਾ B ਧਰਮ ਦਾ ਬੰਦਾ ਹੈ ਇਹ ਬਿਲੋਂਗ ਕਰਦਾ ABC ਨੂੰ। ਠੀਕ ਹੈ, ਹੁਣ ਇਹ ਦੋ ਅੱਡ-ਅੱਡ ਧਰਮਾਂ ਦੇ ਲੋਕ ਹੈ। ਜੇ ਮੈਂ ਕਹਾਂ ਕਿ ਦੇਖੋ ਜਿਹੜੇ A ਧਰਮ ਦੇ ਲੋਕ ਹੈ, ਮਤਲਬ XYZ ਧਰਮ ਦੇ ਲੋਕ ਹੈ, ਇਹ ਉਹਦੇ ਵਿੱਚੋਂ ਹੀ ਸੀ, ਜਦੋਂ ਇਹ ਬੰਦਾ ਵੋਟ ਪਾਉਣ ਜਾਊਗਾ, ਇਹ ਇੱਕ ਵਾਰੀ ਬਟਨ ਦੱਬੂਗਾ ਮਸ਼ੀਨ ਤੇ, ਇਹਦੀ ਵੋਟ ਨੂੰ ਆਪਾਂ 2 ਗਿਣਾਂਗੇ। ਜਦੋਂ ABC ਧਰਮ ਦੇ ਬੰਦੇ ਵੋਟ ਪਾਉਣ ਜਾਣਗੇ, ਇਹਨਾਂ ਦੀ ਇੱਕ ਵੋਟ ਨੂੰ ਮੈਂ 1 ਹੀ ਗਿਣੂੰਗਾ। ਤਾਂ ਇਹ ਕੋਈ ਬਰਾਬਰੀ ਤਾਂ ਨਹੀਂ ਹੋਈ। ਇਹਦੀ ਇੱਕ ਵੋਟ ਨੂੰ ਮੈਂ 2 ਦੇ ਬਰਾਬਰ ਮੰਨ ਰਿਹਾ, ਇਹਦੀ ਇੱਕ ਵੋਟ ਨੂੰ 1 ਦੇ ਬਰਾਬਰ ਮੰਨ ਰਿਹਾ। ਇੱਕ ਲੋਕਤੰਤਰ ਵਿੱਚ ਹਮੇਸ਼ਾ ਇਦਾਂ ਹੋਣਾ ਚਾਹੀਦਾ ਕਿ ਇੱਕ ਵੋਟ ਪਈ ਆ ਤਾਂ ਇੱਕੋ ਵੈਲਿਊ ਹੋਣੀ ਚਾਹੀਦੀ ਆ। ਠੀਕ ਹੈ, ਇਸ ਤਰੀਕੇ ਨਾਲ ਇਹ ਸਿਸਟਮ ਕੰਮ ਕਰਨਾ ਚਾਹੀਦਾ, ਤਾਂ ਹੀ ਉਹ ਲੋਕਤੰਤਰ ਹੋਗਾ। ਜੇ ਇਦਾਂ ਭੇਦਭਾਵ ਕਰਨ ਲੱਗੇ ਤਾਂ ਉਹ ਆਪਣੇ ਆਪ ਹੀ ਗਲਤ ਹੈ। ਤਾਂ ਇੱਕ ਵੋਟ ਮਿਲਣੀ ਚਾਹੀਦੀ ਹੈ ਤੇ ਇੱਕੋ ਹੀ ਮੁੱਲ ਹੋਣਾ ਚਾਹੀਦਾ ਉਹਦਾ, ਕਿ ਉਹਨੂੰ ਆਪਾਂ ਗਿਣਾਂਗੇ ਕਿੰਨਾ, ਉਹ ਵੀ ਇੱਕੋ ਹੀ ਨੰਬਰ ਹੋਣਾ ਚਾਹੀਦਾ, ਅੱਡ-ਅੱਡ ਨਹੀਂ ਹੋਣੇ ਚਾਹੀਦੇ। ਠੀਕ ਹੈ, ਇਸ ਤਰੀਕੇ ਨਾਲ। ਅਗਲਾ ਤੀਜਾ ਹੈਗਾ, ਜਿਹੜੀ ਪਾਰਟੀ ਪਾਵਰ 'ਚ ਬੈਠੀ ਹੈ, ਸੱਤਾਧਾਰੀ ਹੈ, ਉਹਨਾਂ ਦੇ ਹਾਰਨ ਦੇ ਬਰਾਬਰ ਚਾਂਸ ਹੋਣ। ਜਿਹੜੇ ਹੁਣ ਸੱਤਾਧਾਰੀ ਹੈ, ਜਿਹੜੇ ਪਾਵਰ 'ਚ ਬੈਠੇ, ਦੇਖੋ ਉਹਨਾਂ ਕੋਲੇ ਸਾਰੀ ਸਰਕਾਰ, ਪੁਲਿਸ, ਹਰ ਚੀਜ਼ ਉਹਨਾਂ ਦੀ ਹੈ। ਪਰ ਜੇ ਉਹ ਆਪਣਾ ਸਿਸਟਮ ਕੰਟਰੋਲ ਕਰਨ ਤੇ ਆ ਗਏ, ਆਪਣੇ ਮੁਤਾਬਿਕ ਸਾਰੇ ਦੀ ਸਾਰੀ ਇਲੈਕਸ਼ਨ 'ਚ ਗੜਬੜਾਂ ਕਰਨ ਆ ਗਏ,
ਤਾਂ ਉਹ ਕਿੱਦਾਂ ਦੀ ਤੁਹਾਡੀ ਡੈਮੋਕ੍ਰੇਸੀ ਰਹੀ? ਡੈਮੋਕ੍ਰੇਸੀ ਉਹ ਹੋਊਗੀ ਜਿੱਥੇ ਸਭ ਬਰਾਬਰ ਹੋਵੇ। ਜੇ ਕੋਈ ਪਾਵਰ 'ਚ ਬੈਠਾ ਉਹਦੇ ਜਿੱਤਣ ਦੇ ਚਾਂਸਸ ਵੀ 50% ਆ, ਹਾਰਨ ਦੇ 50% ਹੈ। ਸੇਮ ਜਿਹੜਾ ਉਹਦੇ ਆਪੋਜੀਸ਼ਨ 'ਚ ਲੜ ਰਿਹਾ ਉਹਦੇ ਵੀ ਜਿੱਤਣ ਦੇ ਚਾਂਸਸ 50% ਆ, ਹਾਰਨ ਦੇ ਚਾਂਸਸ 50% ਆ। ਇਸ ਤਰੀਕੇ ਨਾਲ ਤੁਹਾਡੀ ਇਹ ਚੀਜ਼ ਹੋਣੀ ਚਾਹੀਦੀ ਹੈ। ਤੇ ਲਾਸਟ ਵਿੱਚ ਜਾਂਦੇ ਹੋਏ ਚੌਥੇ ਨੰਬਰ ਤੇ ਜਿਹੜੀ ਚੀਜ਼ ਹੈ, ਤੁਹਾਡੇ ਦੇਸ਼ ਦੇ ਅੰਦਰ ਚੋਣ ਕਰਵਾ ਕੌਣ ਰਿਹਾ, ਉਹਦਾ ਸੰਚਾਲਨ ਕੌਣ ਕਰ ਰਿਹਾ, ਇਹ ਦਰਸਾਊਗਾ ਕਿ ਕੀ ਤੁਹਾਡਾ ਦੇਸ਼ ਲੋਕਤੰਤਰ ਹੈ ਜਾਂ ਨਹੀਂ। ਦੇਖੋ, ਕਿਉਂਕਿ ਜਿਹੜੇ ਲੋਕ ਸਰਕਾਰ 'ਚ ਬੈਠੇ ਜੇ ਉਹੀ ਚੋਣ ਕਰਵਾ ਰਹੇ, ਉਹ ਤਾਂ ਆਪਣੇ ਆਪ ਨੂੰ ਜਿਤਵਾਉਣਗੇ। ਕੋਈ ਇੱਕ ਆਜ਼ਾਦ ਬੋਡੀ ਹੋਣੀ ਚਾਹੀਦੀ ਆ, ਸੁਤੰਤਰ ਕੋਈ ਬੋਡੀ ਹੋਣੀ ਚਾਹੀਦੀ ਆ, ਉਹ ਜੇ ਕਰਵਾਊਗੀ, ਜਿਹਦਾ ਕੋਈ ਸਰਕਾਰ ਦੇ ਪ੍ਰਤੀ ਕੋਈ ਵਫਾਦਾਰੀ ਦਾ ਕੁਝ ਨਾ ਹੋਵੇ, ਉਹ ਆਪਣੇ ਆਪ ਹੀ ਇੱਕ ਕਿੱਦਾਂ ਦੀ ਇਲੈਕਸ਼ਨ ਕਰਵਾਊਗੀ ਜਿਹੜੇ ਕਿਸੇ ਵੀ ਬਿਲਕੁਲ ਹੀ ਨਿਰਪੱਖ ਹੋਣ, ਕੋਈ ਭੇਦਭਾਵ ਨਾ ਹੋਵੇ, ਇਦਾਂ ਦੀ ਚੋਣ ਉਹ ਕਰਵਾ ਪਾਣਗੇ। ਤਾਂ ਇਹ ਆਪਾਂ ਨੂੰ ਸੁਤੰਤਰ ਸੰਸਥਾ ਬਣਾਉਣ ਦੀ ਲੋੜ ਹੈ। ਠੀਕ ਹੈ, ਹੁਣ ਇਸੇ ਨਾਲ ਆਜ਼ਾਦ ਤੇ ਨਿਰਪੱਖ ਚੋਣ ਹੋ ਪਾਣਗੇ। ਹੁਣ ਆਪਣੇ ਭਾਰਤ ਵਿੱਚ ਕੌਣ ਕਰਵਾਉਂਦਾ ਹੈ? ਭਾਰਤ ਵਿੱਚ ਇਸ ਚੀਜ਼ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਆਪਣੇ ਜਿਹੜਾ ਸੰਵਿਧਾਨ ਹੈ, ਇੱਥੇ ਇੱਕ ਆਰਟੀਕਲ ਦਾ ਨੰਬਰ ਵੀ ਦੱਸਦਾ, ਸੰਵਿਧਾਨ ਨੇ ਧਾਰਾ 324 ਸੰਵਿਧਾਨ ਦੇ ਅੰਦਰ ਆਰਟੀਕਲ 324 ਦੇ ਅੰਡਰ ਭਾਰਤੀ ਚੋਣ ਕਮਿਸ਼ਨ ਬਣਾਈ ਹੈ। ਠੀਕ ਹੈ, ਭਾਰਤੀ ਚੋਣ ਕਮਿਸ਼ਨ ਬਣਾਈ ਹੈ ਤੇ ਇਹਨਾਂ ਦਾ ਕੰਮ ਹੈ ਤੁਹਾਡੇ ਇਲੈਕਸ਼ਨ ਕਰਵਾਉਣਾ। ਇਹਦੇ ਅੰਦਰ ਤੁਹਾਡੇ 3 ਮੈਂਬਰ ਹੈ। ਠੀਕ ਹੈ, ਇੱਕ ਤੁਹਾਡਾ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਤੇ 2 ਅਦਰ ਕਮਿਸ਼ਨਰਸ ਹੁੰਦੇ ਆ। ਇਹ 3 ਲੋਕ ਮਿਲ ਕੇ ਸਾਰੇ ਇਲੈਕਸ਼ਨ ਆਰਗੇਨਾਈਜ਼ ਕਰਵਾਉਂਦੇ, ਸਭ ਕੁਝ ਕਰਦੇ। ਬਾਕੀ ਸਾਰੇ ਸਰਕਾਰੀ ਮੁਲਾਜ਼ਮ ਨੂੰ ਹੀ ਟੈਂਪਰੇਰੀ ਤੌਰ ਤੇ ਡਿਊਟੀ ਦਿੱਤੀ ਜਾਂਦੀ ਹੈ। ਹੈਗੇ ਇਹ 3 ਲੋਕ ਹੀ ਆ। ਇਹ ਜਿਹੜੇ ਇਹਦੀ ਹੁਣ ਸੁਤੰਤਰਤਾ ਕਿੱਦਾਂ ਹੈਗੀ ਹੈ, ਜਿਹੜੀ ਹੈ ਭਾਰਤੀ ਚੋਣ ਕਮਿਸ਼ਨ ਹੈ, ਇਹਦੇ ਬਜਟ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ। ਇਹਦਾ ਬਜਟ ਜਿੰਨਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਦੇਣਾ ਪੈਂਦਾ ਹੈ। ਠੀਕ ਹੈ, ਤਾਂ ਇਹਨਾਂ ਦੇ ਪੈਸੇ ਨਹੀਂ ਕੱਟ ਕਰ ਸਕਦੇ। ਦੇਖੋ, ਸਰਕਾਰ ਦੀ ਗੱਲ ਨਾ ਮੰਨਣ, ਏਦਾਂ ਨਾ ਹੋਵੇ ਕਿ ਪੈਸੇ ਕੱਟ ਕਰ ਲਏ। ਦੂਜਾ, ਇਹਨਾਂ ਨੂੰ ਹਟਾਉਣਾ ਬਹੁਤ ਔਖਾ। ਜਿਹੜੇ ਆਪਣੇ 3 ਮੈਂਬਰ ਹੈ, ਇਹਨਾਂ ਨੂੰ ਕੁਰਸੀ ਤੋਂ ਹਟਾਉਣਾ ਬਹੁਤ ਔਖਾ ਹੈ। ਖਾਸ ਕਰ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਹੈ, ਉਹਨੂੰ ਹਟਾਉਣਾ ਬਹੁਤ ਔਖਾ ਹੈ। ਬਾਕੀ 2 ਤਾਂ ਉਹਦੀ ਚਲੋ ਸਲਾਹ ਤੇ ਹਟ ਜਾਂਦੇ, ਪਰ ਉਹਨੂੰ ਹਟਾਉਣਾ ਬਹੁਤ ਔਖਾ। ਇਸ ਕਾਰਨ ਇਹ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਰਹਿੰਦੀ ਤੇ ਭਾਰਤ ਇੱਕ ਲੋਕਤੰਤਰ ਦੀ ਦੁਨੀਆ ਭਰ ਵਿੱਚ ਮਿਸਾਲ ਹੈ। ਤੇ ਇਹ ਸੀਗਾ ਅੱਜ ਦਾ ਲੈਕਚਰ। ਮਿਲਦੇ ਹਾਂ ਤੁਹਾਨੂੰ ਅਗਲੇ ਲੈਕਚਰ 'ਚ। ਧੰਨਵਾਦ, ਥੈਂਕ ਯੂ।